ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੇਮ ਆਫ ਲਾਈਫ ਦੇ ਇੱਕ ਚੈਪਟਰ ਦੇ ਵਿੱਚ ਸਾਰਿਆਂ ਨੂੰ ਇੱਕ ਵਾਰ ਅਸੀਂ ਫੇਰ ਜੀ ਆਇਆਂ ਕਹਿੰਦੇ ਆ ਜੀ। ਅਸੀਂ ਹੁਣ ਤੱਕ ਦੋ ਆਪਣੇ ਗੇਮ ਆਫ ਲਾਈਫ ਦੇ ਟੂਲ ਡਿਸਕਸ ਕੀਤੇ ਸੀਗੇ, ਜਿਹਨੂੰ ਅਸੀਂ ਸੁਰਤੀ ਜਾਂ ਫੋਕਸ, ਤੇ ਜਿਹੜਾ ਸਾਡਾ ਸੈਕਿੰਡ ਟੂਲ ਸੀ ਬ੍ਰੇਨ ਜਾਂ ਬੁੱਧੀ। ਇਹ ਦੋ ਆਪਾਂ ਪਿਛਲੇ ਹਫਤੇ ਰੀਕੈਪ ਕੀਤੇ ਸੀਗੇ, ਤੇ ਦੋਨਾਂ ਦਾ ਰੀਕੈਪ ਕਰਨ ਤੋਂ ਬਾਅਦ ਫਿਰ ਆਪਾਂ ਇੱਕ ਹੋਮਵਰਕ ਲਿਆ ਸੀ, ਕੁਝ ਸਿਨੈਰੀਓਜ਼ ਜਿਹੜੇ ਸੀਗੇ ਦੋ ਸਾਡੇ ਕੋਲ, ਜਸਟ ਟੂ ਅੰਡਰਸਟੈਂਡ ਕਿ ਵੀ ਜਿਹੜਾ ਆਪਾਂ ਹੁਣ ਦੋਨੋਂ ਟੂਲ ਬੜੇ ਚੰਗੀ ਤਰ੍ਹਾਂ ਸਮਝ ਲਏ ਨੇ, ਪੜ੍ਹ ਲਏ ਨੇ, ਸਿੱਖ ਲਏ ਨੇ, ਤਾਂ ਕਿ ਆਪਾਂ ਨੂੰ ਪਤਾ ਚੱਲ ਜਾਵੇ ਹੋਮਵਰਕ ਦੇ ਥਰੂ, ਉਹ ਸਿਨੈਰੀਓਜ਼ ਦੇ ਥਰੂ, ਕਿ ਵੀ ਅਸੀਂ ਫੋਕਸ ਜਿਹੜਾ ਸੁਰਤੀ ਤੇ ਬੁੱਧੀ ਨੂੰ ਠੀਕ ਤਰ੍ਹਾਂ ਸਮਝ ਪਾਏ ਆ। ਠੀਕ ਹੈ, ਉਹ ਰੀਕੈਪ ਤੋਂ ਬਾਅਦ ਇਹ ਵਾਲੀ ਜਿਹੜੀ ਸਲਾਈਡ ਹੈਗੀ ਹੈ, ਵੈਸੇ ਥੋੜਾ ਜਿਹਾ ਟਾਈਮ ਸਾਡੇ ਕੋਲ ਘੱਟ ਸੀਗਾ, ਮੈਂ ਪੜ੍ਹਨੀ ਚਾਹੁੰਦਾ ਸੀਗਾ ਬਟ ਆਪਣੇ ਕੋਲ ਥੋੜਾ ਜਿਹਾ ਟਾਈਮ ਸ਼ਾਰਟ ਹੋ ਗਿਆ ਸੀ। ਸੋ ਕੁਇਕਲੀ ਜਿਹੜਾ ਇਹ ਵਾਲੀ ਸਲਾਈਡ ਪੜ੍ਹ ਲੈਂਦੇ ਆ, ਫਿਰ ਇਸ ਤੋਂ ਬਾਅਦ ਆਪਾਂ ਇੱਥੇ ਕਲਾਸ ਦੇ ਵਿੱਚ ਇੱਕ ਵਾਰੀ ਉਹ ਸਿਨੈਰੀਓਜ਼ ਵੈਰੀ ਕੁਇਕਲੀ ਰੀਡ ਥਰੂ ਕਰਕੇ ਜਿਹੜਾ ਸਮਝ ਲਵਾਂਗੇ ਦੁਬਾਰਾ, ਬਿਫੋਰ ਵੀ ਮੂਵ ਔਨ ਟੂ ਦ ਥਰਡ ਟੂਲ ਫॉर आवर गेम ऑफ लाइफ। ਤੇ ਆਪਾਂ ਸਟਾਰਟਿੰਗ ਫਰੋਮ ਦਿਸ ਮੈਂ ਬੱਚਿਆਂ ਨੂੰ ਹੀ ਰਿਕੁਐਸਟ ਕਰਦਾ ਕਿ ਤੁਸੀਂ ਪੜ੍ਹ ਲਓ ਇਹ ਜਿਹੜੇ ਫਿਊ ਪੁਆਇੰਟਸ ਸਾਡੇ ਕੋਲ ਹੈਗੇ ਨੇ। ਤੇ ਫਸਟ ਵਨ ਅੰਗਦ ਸਿੰਘ ਜੀ ਤੁਸੀਂ ਪੜ੍ਹੋਗੇ ਪਹਿਲਾ ਜਿਹੜਾ ਹੈਗਾ ਰੂਲ, ਇੱਥੇ ਸਾਡੇ ਕੋਲ ਸਾਹਮਣੇ ਜਿਹੜਾ ਪੁਆਇੰਟ ਡਾਟ ਪੁਆਇੰਟ ਹੈ। I can clearly identify the inner voice within me and how it guides me to the right things. ਸੋ ਜਿਵੇਂ ਕਿ ਆਪਾਂ ਪਿਛਲੀ ਵਾਰੀ ਸਿੱਖਿਆ ਸੀ, ਦੋਨੋਂ ਰੀਕੈਪ ਕੀਤੇ ਸੀਗੇ ਗੁੱਡ ਵੌਇਸ ਐਂਡ ਬੈਡ ਵੌਇਸ ਦੇ, ਹਨਾ। ਉਹਦੇ ਵਿੱਚ ਸੀਗੀਆਂ ਬਹੁਤ ਸਾਰੀਆਂ ਆਪਣੀਆਂ ਐਗਜ਼ਾਮਪਲਸ। ਆਈ ਹੋਪ ਮੈਂ ਹੁਣ ਦੁਬਾਰਾ ਰਿਪੀਟ ਨਹੀਂ ਕਰਾਂਗਾ, ਕਿ ਵੀ ਉਹ ਸਾਰੇ ਬੱਚਿਆਂ ਨੂੰ ਸਮਝ ਆ ਗਈ ਸੀ। ਪਰ ਜੇ ਕੋਈ ਵੀ ਬੱਚਾ ਐਸਾ ਹੋਏਗਾ ਜਿਹਨੂੰ ਉਹ ਨਹੀਂ ਸਮਝ ਆਈਆਂ ਸੀਗੀਆਂ ਗੁੱਡ ਵੌਇਸ ਐਂਡ ਬੈਡ ਵੌਇਸ ਦੀਆਂ ਐਗਜ਼ਾਮਪਲਸ, ਤਾਂ ਤੁਸੀਂ ਐਂਡ ਆਫ ਦਿਸ ਸਲਾਈਡ ਮੈਨੂੰ ਪਲੀਜ਼ ਪੁੱਛ ਲੈਣਾ। ਠੀਕ ਹੈ ਜੀ। ਹਾਂਜੀ, ਅਰਸ਼ਬੀਰ ਕੌਰ ਜੀ ਤੁਸੀਂ ਸੈਕਿੰਡ ਪੁਆਇੰਟ ਪੜ੍ਹੋਗੇ ਬੇਟੇ। I can. I understand brain needs to given with more and more knowledge about good voice, so that I can start to become a good person. ਥੈਂਕ ਯੂ ਜੀ। ਹਾਂਜੀ ਬਾਣੀ ਕੌਰ ਜੀ ਤੁਸੀਂ ਬੇਟੇ ਥਰਡ ਪੁਆਇੰਟ ਪੜ੍ਹ ਦਿਓ। ਬਾਣੀ ਕੌਰ ਜੀ ਬੇਟੇ ਸੁਣ ਪਾ ਰਹੇ ਹੋ ਮੈਨੂੰ? ਠੀਕ ਹੈ, ਓਕੇ। ਆਈ ਥਿੰਕ ਦੇयर इज ਟੈਕਨੀਕਲ ਇਸ਼ੂ ਹੈ, ਤੁਸੀਂ ਰਿਜ਼ੋਲਵ ਕਰੋ ਤੇ ਆਪਾਂ ਤੁਹਾਡੇ ਕੋਲ ਵਾਪਸ ਆਨੇ ਆ। ਮਨਵੀਰ ਸਿੰਘ ਜੀ ਤੁਸੀਂ ਪੜੋਗੇ ਥਰਡ ਪੁਆਇੰਟ। I have experienced it so many times that I fail to listen to good voice and end up following bad voice within me. ਠੀਕ ਹੈ ਜੀ। ਹਾਂਜੀ ਦਰਸ ਕੌਰ ਜੀ ਤੁਸੀਂ fourth point. Yeah, focus is very important tool, and lack of focus can limit your ability to learn or listen to the good voice. ਐਕਸਲੈਂਟ ਹੈ ਨਾ। ਅਸੀਂ ਇਹ ਸਾਰੇ ਪੁਆਇੰਟ ਜਿਹੜੇ ਨੇ ਡਿਟੇਲ ਡਿਸਕਸ ਕੀਤੇ ਹੋਏ ਨੇ, ਇਸ ਕਰਕੇ ਮੈਂ ਜ਼ਿਆਦਾ ਇਹਨੂੰ ਹੁਣ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ। ਬਟ ਜੇ ਕਿਸੇ ਵੀ ਬੱਚੇ ਨੂੰ ਕੋਈ ਵੀ ਡਾਊਟ ਹੈਗਾ, ਕੋਈ ਵੀ ਕੁਐਸਚਨ ਹੈਗਾ, ਠੀਕ ਹੈ ਨਾ, ਉਹ ਹੁਣ ਇੱਥੇ ਮੈਨੂੰ ਆਪਾਂ ਪੌਜ਼ ਦੇ ਲੈਂਦੇ ਫॉर ਫਿਊ ਸੈਕਿੰਡਸ, ਤੁਸੀਂ ਪੁੱਛ ਸਕਦੇ ਹੋ। ਠੀਕ ਹੈ, ਕਿ ਵੀ ਆਪਾਂ ਜਿਹੜੀਆਂ ਪਹਿਲੀਆਂ ਸਲਾਈਡਾਂ ਲਰਨ ਕੀਤੀਆਂ, ਕਿ ਤੁਹਾਨੂੰ ਹੁਣ ਇਹ ਗੱਲ ਸਮਝ ਆ ਗਈ ਸੀ ਕਿ ਵੀ ਹਾਊ ਡੂ ਵੀ ਆਈਡੈਂਟੀਫਾਈ ਕਿ ਵੀ ਇਨਰ ਵੌਇਸ ਜਿਹੜੀ ਹੈ ਉਹ ਵਿਦਨ ਮੀ ਕਿਵੇਂ ਗਾਈਡ ਕਰਦੀ ਹੈ, ਮੈਨੂੰ ਕਿਹੜੇ ਕੰਮ ਕਰਨ ਲਈ ਮੈਨੂੰ ਗਾਈਡ ਕਰਦੀ ਹੈ। ਜਾਂ ਫਿਰ ਮੈਨੂੰ ਤਾਂ ਆਪਾਂ ਨੂੰ ਸਾਰਿਆਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਵੀ ਯੈਸ ਮੇਰਾ ਜਿਹੜਾ ਬ੍ਰੇਨ ਹੈ ਇਹਨੂੰ ਕੌਨਸਟੈਂਟ ਲਰਨਿੰਗ, ਕੌਨਸਟੈਂਟ ਟ੍ਰੇਨਿੰਗ ਦੀ ਲੋੜ ਹੁੰਦੀ ਹੈ, ਤਾਂ ਕਿ ਜਿਹੜਾ ਹੈ ਇਹਨੂੰ ਅਸੀਂ ਬਾਰ-ਬਾਰ ਰਿਮਾਈਂਡਰ ਦੇਈਏ ਕਿ ਵੀ ਇਹ ਗੁੱਡ ਵੌਇਸ ਨੂੰ ਲਿਸਨ ਕਰੇ, ਤੇ ਇੱਕ ਅੱਛੇ ਜਿਹੜਾ ਸਾਨੂੰ ਅਸੀਂ ਅੱਛੇ ਐਜ਼ ਅ ਗੁੱਡ ਜਿਹੜੇ ਰੂਲ ਫੋਲੋਅਰਸ ਜਿਹੜੇ ਨੇ, ਅਸੀਂ ਇੱਕ ਐਜ਼ ਅ ਹਿਊਮਨ ਬੀਇੰਗ ਅੱਛੇ ਆਈਡੀਅਲ ਬੱਚੇ ਔਰ ਆਈਡੀਅਲ ਜਿਹੜੇ ਸਟੂਡੈਂਟ ਹੈ ਜਿਹੜਾ ਉਹ ਬਣ ਸਕੀਏ ਨਾ। ਫਿਰ ਅਸੀਂ ਜਿਹੜਾ ਥਰਡ ਪੁਆਇੰਟ ਸੀਗਾ ਕਿ ਵੀ ਯੈਸ ਸਾਨੂੰ ਪਤਾ ਹੈ ਕਿ ਅਸੀਂ ਐਫਰਟ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਬਟ ਬਹੁਤ ਵਾਰੀ ਇੱਦਾਂ ਵੀ ਸਾਡੇ ਲਾਈਫ ਵਿੱਚ ਹੁੰਦਾ, ਹੋ ਰਿਹਾ, ਹਾਲੇ ਵੀ ਹੋ ਰਿਹਾ ਹੈ, ਈਵਨ ਦੋ ਆਪਾਂ ਪੜ੍ਹ ਰਹੇ ਹਾਂ, ਬਟ ਮੈਨੂੰ ਬਹੁਤ ਵਾਰੀ ਜਿਹੜਾ ਹੈ ਉਹ ਗੁੱਡ ਵੌਇਸ ਨੂੰ ਨੋਇੰਗਲੀ ਮੈਂ ਗੁੱਡ ਵੌਇਸ ਨੂੰ ਨਹੀਂ ਸੁਣ ਪਾਉਂਦਾ।
ਸੋ ਮੈਨੂੰ ਉਹਦੀ ਵੀ ਚੈਲੰਜਸ ਆ ਰਹੇ ਨੇ ਤਾਂ ਮੈਂ ਬੈਡ ਵੌਇਸ ਨੂੰ ਫੋਲੋ ਕਰ ਰਿਹਾ। ਫਿਰ ਜਿਹੜਾ ਸਾਡਾ ਲਾਸਟ ਸੀਗਾ ਕਿ ਵੀ ਅਸੀਂ ਜਿਹੜੀ ਸਾਡੀ ਸੁਰਤੀ ਹੈਗੀ ਹੈ ਇੱਕ ਬੜਾ ਇੰਪੋਰਟੈਂਟ ਟੂਲ ਹੈ ਕਿਸੇ ਵੀ ਜਿਹੜਾ ਚੀਜ਼ ਨੂੰ ਅਚੀਵ ਕਰਨ ਵਾਸਤੇ ਮੇਰੀ ਲਾਈਫ ਦੇ ਵਿੱਚ। ਉਸੇ ਤਰ੍ਹਾਂ ਹੀ ਜੇ ਮੈਂ ਬਾਹਰ ਦੇਖ ਰਿਹਾ ਕੋਈ ਹੋਰ ਕੋਈ ਵੀ ਐਕਟੀਵਿਟੀ ਕਰ ਰਿਹਾ ਕਿਸੇ ਵੀ ਚੀਜ਼ ਵਿੱਚ ਪਾਰਟਿਸਿਪੇਟ ਕਰ ਰਿਹਾ ਤੇ ਮੇਰੀ ਜਿਹੜੀ ਸੁਰਤੀ ਹੈਗੀ ਹੈ ਉਹ ਜੇ ਮੈਨੂੰ ਨਹੀਂ ਠੀਕ ਜਗ੍ਹਾ ਤੇ ਹੋਏਗੀ ਤਾਂ ਮੈਂ ਨਹੀਂ ਲਰਨ ਕਰ ਪਾਵਾਂਗਾ। ਇਸੇ ਤਰ੍ਹਾਂ ਹੀ ਜੇ ਮੈਂ ਕਨਸਟੈਂਟ ਆਪਣੀ ਸੁਰਤੀ ਨੂੰ ਗੁੱਡ ਵੌਇਸ ਤੇ ਰੱਖਾਂਗਾ ਤਾਂ ਬੈਟਰ ਚਾਂਸ ਹੈਗਾ ਆਈ ਵਿਲ ਨਾਟ ਫੇਲ ਟੂ ਲਿਸਨ ਟੂ ਦ ਗੁੱਡ ਵੌਇਸ। ਸੋ ਇਸੇ ਇਹ ਜਿਹੜੀਆਂ ਸੀਗੀਆਂ ਹੁਣ ਇਹ ਆਪਾਂ ਸਾਰਾ ਕੁਝ ਪੜ੍ਹ ਲਿਆ ਸੀ। ਹੁਣ ਆਈ ਥਿੰਕ ਲੈਟਸ ਜਿਹੜੇ ਹੁਣ ਮੂਵ ਔਨ ਟੂ ਆਪਣੇ ਜਿਹੜੇ ਸਿਨੈਰੀਓਜ਼ ਹੈਗੇ ਨੇ ਜਿਹੜੇ ਆਪਾਂ ਸਾਰੇ ਬੱਚਿਆਂ ਨੂੰ ਐਜ਼ ਅ ਹੋਮਵਰਕ ਦਿੱਤੇ ਸੀ ਇਹਨਾਂ ਦੇ ਥਰੂ ਇੱਕ ਵਾਰੀ ਆਪਾਂ ਅਗੇਨ ਸਮਝ ਲੈਂਦੇ ਆ ਕਿ ਜੋ ਅਸੀਂ ਪਿੱਛੇ ਸਮਝਿਆ ਔਰ ਜੋ ਤੁਸੀਂ ਹੋਮਵਰਕ ਕੀਤਾ ਉਹ ਅਸੀਂ ਸਾਰੇ ਦੀ ਜਿਹੜੀ ਲਰਨਿੰਗ ਹੈਗੀ ਹੈ ਉਹ ਸਾਰੀ ਇੱਕ ਸੇਮ ਲੈਵਲ ਤੇ ਹੈਗੀ ਹੈ। ਠੀਕ ਹੈ, ਲੈਟਸ ਕੁਇਕਲੀ ਗੋ ਥਰੂ ਦਿਸ ਤੇ ਫਿਰ ਜੇ ਕੋਈ ਕੁਐਸਚਨ ਆਨਸਰਸ ਹੋਣਗੇ ਵੀ ਵਿਲ ਡੂ ਇਟ ਬਿਫੋਰ ਮੂਵਿੰਗ ਔਨ। ਠੀਕ ਹੈ ਜੀ, ਹਾਂਜੀ ਮਨਵੀਰ ਸਿੰਘ ਜੀ ਕੈਨ ਯੂ ਪਲੀਜ਼ ਰੀਡ ਦ ਕੰਟੈਕਸਟ ਫॉर ਮੀ। My parents have told me a number of times that I shouldn't get angry. Even before my parents told me that anger was not a good thing, I clearly remembered in a voice guiding me about the same. ਠੀਕ ਹੈ ਜੀ, ਹਾਂਜੀ ਦਰਸ ਕੌਰ ਜੀ ਤੁਸੀਂ ਸਿਨੈਰੀਓ ਪੜ੍ਹ ਦਿਓ ਪਲੀਜ਼। My younger brother is playing with my favorite toy and I don't like anyone touching my toy. I ask him once to leave my toy and he still keeps playing with it. Within 1 minute, bad voice attracts my focus, which makes me lose the control and gets angry at him. After a few hours, I feel sorry for being angry and went and said the same to my brother. ਐਕਸਲੈਂਟ, ਠੀਕ ਹੈ ਜੀ। ਆਪਾਂ ਸਾਰੇ ਬੱਚਿਆਂ ਨੇ ਇਹਦੇ ਨੈਕਸਟ ਸਲਾਈਡ ਦੇ ਵਿੱਚ ਕੁਐਸਚਨ ਆਨਸਰਸ ਹੈਗੇ ਆ ਕੁਇਕਲੀ ਆਪਾਂ ਰਿਵਿਊ ਕਰਦੇ ਹਾਂ ਕਿਉਂਕਿ ਅੱਜ ਜਿਹੜਾ ਸਾਡਾ ਥਰਡ ਟੂਲ ਹੈਗਾ ਉਹਨੂੰ ਆਪਾਂ ਡਿਸਕਸ ਕਰਨਾ ਹੈ। ਵੀ ਵੋਂਟ ਸਪੈਂਡ ਟੂ ਮਚ ਟਾਈਮ ਬਟ ਟੂ ਮੇਕ ਸ਼ੋਰ ਕਿ ਸਾਨੂੰ ਸਾਰਿਆਂ ਨੂੰ ਇਹ ਸਿਨੈਰੀਓ ਸਮਝ ਆ ਗਏ ਸੀ। ਲੈਟਸ ਕੁਇਕਲੀ ਗੋ ਥਰੂ ਦ ਕੁਐਸਚਨ ਆਨਸਰਸ ਆਫ ਦਿਸ ਸਿਨੈਰੀਓ। जी स्लाइड मूव कर दो प्लीज। हाँ जी ठीक है जी, ओके जी। विच टूल हैड द नॉलेज दिस टॉय इज माइन एंड एंगर इज नॉट अ गुड थिंग? फोकस और ब्रेन। हाँ जी जपलीन कौर जी तुसी मैनूं दसोगे ना आंसर? First वाला क्वेश्चन है क्या? हाँ जी बेटे। Which मुझे लगता है कि फोकस नहीं ब्रेन हैगा। ठीक है, ਤੁਹਾਨੂੰ ਕਿਉਂ ਲੱਗਦਾ ਹੈ ਕਿ ਬ੍ਰੇਨ ਹੈਗਾ? ਤਾਂ ਕਿ ਤੁਸੀਂ ਮਤਲਬ ਕਿ ਤੁਸੀਂ ਫੋਕਸ ਨਹੀਂ ਲਾਏਂਗੇ ਜੇ ਤੁਸੀਂ ਕੋਈ ਸ਼ੋਰ ਨਹੀਂ ਹੈਗੀ। ਸ਼ੋਰ ਨੋ ਵਰੀਜ਼ ਬੇਟੇ। ਆਪਾਂ ਜਿਹੜਾ ਲਾਸਟ ਵੀਕ ਕੀਤਾ ਸੀ ਨਾ ਕਿ ਜਿਹੜਾ ਸਾਡਾ ਜਿਹੜਾ ਬ੍ਰੇਨ ਹੈ ਜਾਂ ਸਾਡੀ ਜਿਹੜੀ ਬੁੱਧੀ ਹੈਗੀ ਹੈ ਇਹ ਸਾਰੀ ਨੌਲੇਜ ਨੂੰ ਗ੍ਰੈਬ ਕਰਕੇ ਪ੍ਰੋਸੈਸ ਕਰਕੇ ਫਿਰ ਮੈਨੂੰ ਇਨਫੋਰਮੇਸ਼ਨ ਦਿੰਦੀ ਹੈ ਵਾਪਸ, ਹੈ ਨਾ। ਸੋ ਸਾਡੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਇਹ ਹੁਣ ਇਹ ਮੇਰੀ ਇਨਫੋਰਮੇਸ਼ਨ ਹੈਗੀ ਹੈ ਨਾ ਇਹ ਵਾਲੀ ਕਿ ਵੀ ਹਾਂ ਇਹ ਟॉय ਮੇਰਾ ਹੈਗਾ। ਇਹ ਮੈਨੂੰ ਕੌਣ ਦੱਸੇਗਾ? ਇਹ ਮੇਰਾ ਬ੍ਰੇਨ ਹੀ ਮੈਨੂੰ ਦੱਸੇਗਾ। ਤੁਸੀਂ ਠੀਕ ਆਂਸਰ ਦਿੱਤਾ ਸੀਗਾ ਬਟ ਇਹ ਮੈਨੂੰ ਨੌਲੇਜ ਕਿੱਥੋਂ ਮਿਲ ਰਹੀ ਹੈ? ਮੇਰੇ ਬ੍ਰੇਨ ਤੋਂ ਮਿਲ ਰਹੀ ਹੈ। ਠੀਕ ਹੈ ਨਾ, ਵੈਰੀ ਗੁੱਡ। ਕਿਸੇ ਹੋਰ ਬੱਚੇ ਨੂੰ ਲੱਗਦਾ ਹੈ ਕਿ ਵੀ ਇਹ ਫੋਕਸ ਹੋਣਾ ਚਾਹੀਦਾ ਇਹਦਾ ਆਂਸਰ? ठीक है जी, ओके लेट्स मूव ऑन टू द सेकंड क्वेश्चन। हाँ जी दरस कौर जी तुसी पढ़ोगे। Who had all the emotions, attachment, and what to make sure my toy shouldn't be shared with anyone? Being angry is the only solution to this problem. Bad voice or good voice? हाँ जी दरस कौर जी तुसी दस दो आंसर दा। It's the bad voice. ठीक है,
Is there anyone here उन्हें लगता है कि भी इधर आंसर गुड वॉइस भी हो सकता है? ठीक है जी. Okay, so the next question is the one who was telling Brain not to listen to bad boys and don't be angry. The one who keeps reminding me afterwards that I could have performed better. Encourage me to become better human for next time. Good voice, Jyot, or mind, bad voice? ਜਪਲੀਨ ਕੌਰ ਜੀ ਤੁਸੀਂ ਦੱਸੋਗੇ ਇਹਦਾ ਆਨਸਰ? ਮੈਨੂੰ ਤੇ ਐਕਸਪਲੇਨ ਨਹੀਂ ਕਰਿਆ ਹੈਗਾ ਕੁਛ। ਮੈਂ ਹੁਣੇ ਤੁਹਾਨੂੰ ਮੈਸੇਜ ਕਰਨ ਲੱਗੀ ਸੀਗੀ ਕੋਲ ਦੇ ਵਿੱਚ, ਪਰ ਮੈਨੂੰ ਕੋਈ ਐਕਸਪਲੇਨ ਨਹੀਂ ਹੋ ਰਿਹਾ ਕੋਈ ਕੁਐਸਚਨ ਦਾ। ਓਕੇ ਠੀਕ ਹੈ ਬੇਟੇ, ਕੋਈ ਗੱਲ ਨਹੀਂ। ਵੈਸੇ ਮੈਂ ਹੁਣੇ ਇਹ ਕੁਐਸਚਨ ਪੜਿਆ ਸੀਗਾ, ਬਟ ਕੋਈ ਗੱਲ ਨਹੀਂ। ਆਈ ਥਿੰਕ ਬਾਕੀ ਬੱਚਿਆਂ ਨੂੰ ਦਿਖ ਰਹੀ ਹੈ ਜੀ ਸਕਰੀਨ? Not anymore. ਹਾਂਜੀ ਹੁਣ ਠੀਕ ਹੈ, ਆਈ ਕੈਨ ਸੀ। ਮੇਰੇ ਕੋਲ ਵੀ ਹੁਣ ਡਿਸਅਪੀਅਰ ਹੋ ਗਈ ਹੈ, ਸੋ ਅਸੀਂ ਇਹਨੂੰ ਵਾਪਸ ਸ਼ੇਅਰ ਕਰਦੇ ਹਾਂ। ਹੁਣ ਦੇਖੋ, ਹੁਣ ਸਾਰੇ ਬੱਚਿਆਂ ਨੂੰ ਦਿਖ ਪਾ ਰਹੀ ਹੈ? ਜਪਲੀਨ ਕੌਰ ਜੀ ਤੁਹਾਨੂੰ ਵੀ ਦਿਖ ਰਹੀ ਹੈ? ਹਾਂਜੀ ਹੁਣ ਦੇਖ ਰਹੀ ਹੈ। ਠੀਕ ਹੈ ਜੀ, ਹਾਂਜੀ ਵੈਰੀ ਗੁੱਡ, ਚਲੋ ਐਕਸਲੈਂਟ। ਓਕੇ, ਆਪਾਂ ਜਸਕੀਰਤ ਸਿੰਘ ਜੀ ਨੂੰ ਪੁੱਛਦੇ ਹਾਂ ਪਹਿਲਾਂ। ਲੈਟਸ ਕੁਇਕਲੀ, ਜਸਕੀਰਤ ਸਿੰਘ ਜੀ, ਦਾ ਆਨਸਰ ਫॉर द ਥਰਡ ਕੁਐਸਚਨ ਤੁਸੀਂ ਦੱਸ ਸਕਦੇ ਹੋ? ਜੋਤ ਹੈ। ਠੀਕ ਹੈ ਜੀ, ਹੈ ਨਾ। ਜੋਤ ਐਂਡ ਗੁੱਡ ਵੌਇਸ ਜਿਹੜੀ ਹੈ ਉਹ ਮੈਨੂੰ ਰਿਮਾਈਂਡਰ ਦਿੰਦੀ ਹੈ ਕਿ ਮੈਂ ਸੈਲਫ ਰਿਫਲੈਕਟ ਕਰਾਂ, ਹੈ ਨਾ। ਮੈਂ ਆਪਣੀ ਜਿਹੜੀ ਹੈ, ਮੇਰੇ ਬ੍ਰੇਨ ਨੂੰ ਜਿਹੜੀ ਕੌਨਸਟੈਂਟਲੀ ਜਿਹੜੀ ਟ੍ਰੇਨਿੰਗ ਦਿੰਦੀ ਹੈ, ਮੈਨੂੰ ਸਮਝਾਉਂਦੀ ਹੈ ਕਿ ਵੀ ਯੈਸ, ਜੇ ਮੈਂ ਰੂਲ ਨੂੰ ਫੋਲੋ ਕਰ ਰਿਹਾ, ਮੈਂ ਜਿਹੜਾ ਇੱਕ ਐਜ਼ ਐਕਸਪੈਕਟਡ ਪਰਫਾਰਮ ਕਰ ਰਿਹਾ, ਤਾਂ ਮੈਨੂੰ ਇਹ ਪਤਾ ਚੱਲਦਾ ਹੈ ਕਿ ਯੈਸ ਨਾਓ ਆਈ ਐਮ ਲਿਸਨਿੰਗ ਟੂ ਦ ਗੁੱਡ ਵੌਇਸ ਔਰ ਦੀ ਜੋਤ। ਠੀਕ ਹੈ ਜੀ, ਇਹਦੇ ਆਪਾਂ ਆਨਸਰਸ ਜਿਹੜੇ ਆ ਉਹ ਵੀ ਲਿਖੇ ਸੀਗੇ ਆਪਣੀ ਪਿੱਛੇ ਵਾਲੀ ਜਿਹੜੀ ਆ ਇਸੇ ਸਲਾਈਡ ਦੇ ਵਿੱਚ। ਨੈਕਸਟ ਸਲਾਈਡ ਤੇ ਆਪਾਂ ਇੱਕ ਵਾਰੀ ਕੁਇਕਲੀ ਦੇਖ ਲੈਂਦੇ ਆ। ਯੈਸ, ਸਾਰੇ ਆਨਸਰ ਸਾਡੇ ਕੋਲ ਹੈਗੇ ਨੇ। ਆਈ ਥਿੰਕ ਇਹੀ ਆਪਣੇ ਸਾਰੇ ਬੱਚਿਆਂ ਦੇ ਇਹੀ ਆਨਸਰ ਸੀਗੇ, ਸੋ ਇਹਨੂੰ ਆਪਾਂ ਦੁਬਾਰਾ ਨਹੀਂ ਰੀਡ ਕਰਦੇ। ਨੈਕਸਟ ਜਿਹੜਾ ਆਪਾਂ ਸਿਨੈਰੀਓ ਜਿਹੜਾ ਕੁਇਕਲੀ ਰੀਕੈਪ ਕਰ ਲੈਂਦੇ ਆ। ਠੀਕ ਹੈ, ਹਾਂਜੀ ਜਸਦੀਪ ਸਿੰਘ ਜੀ ਤੁਸੀਂ ਕੰਟੈਕਸਟ ਰੀਡ ਕਰੋਗੇ? I fully understand that I should never lie. My parents, teachers, and good friends have always advised me to follow the path of truth. Excellent. Thank you ਜੀ। ਹਾਂਜੀ ਜਸਮੇਹ ਕੌਰ ਜੀ ਤੁਸੀਂ ਸਿਨੈਰੀਓ ਪੜ੍ਹ ਦਿਓ ਬੇਟੇ। Scenario: I got test results from school and my teacher advised to get the result sheet signed by the parents. My results were quite bad and I didn't want to share with my parents. I lied to the teacher that I lost my result sheet, but I have informed my parents about the result. I knew what I did was wrong and kept getting the feeling of regret from inside. When my teacher caught with parents in the PTM at the end of the term, my teacher found out that I was lying. I hope ਸਾਡੇ ਵਿੱਚ ਕੋਈ ਵੀ ਨਹੀਂ ਹੈ ਐਸਾ ਜਿਹਦੀ ਲਾਈਫ ਵਿੱਚ ਏਦਾਂ ਦਾ ਸਿਨੈਰੀਓ ਆਉਂਦਾ ਹੈ, ਆਇਆ ਹੋਏਗਾ ਜਾਂ ਆਏਗਾ। ਇਹ ਚੀਜ਼ ਚਲੋ ਆਪਾਂ ਹੁਣ ਲਰਨਿੰਗ ਕਰ ਰਹੇ ਹਾਂ ਟੁਗੇਦਰ, ਸੋ ਲੈਟਸ ਕੁਇਕਲੀ ਅੰਡਰਸਟੈਂਡ ਦ ਕੁਐਸਚਨਸ ਐਜ਼ ਵੈਲ। ਸਾਰੇ ਬੱਚਿਆਂ ਨੇ ਇਹਦੇ ਵੈਸੇ ਕੁਐਸਚਨ ਆਨਸਰਸ ਦੇ ਆਨਸਰ ਅਸੀਂ ਮੈਜੋਰਿਟੀ ਆਫ ਬੱਚਿਆਂ ਨੇ ਕਰਕੇ ਭੇਜੇ ਨੇ, but we just wanted to make sure ਕਿ ਵੀ ਆਪਾਂ ਇੱਕ ਵਾਰੀ ਇੱਥੇ ਰੀਕੈਪ ਕਰ ਲਈਏ to clear any doubts ਜਾਂ any concerns ਇਹ ਜਿਹੜੀ scenarios ਔਰ questions ਤੋਂ। ਤਾਂ ਕਰਕੇ ਆਪਾਂ ਇਹਨੂੰ ਰੀਕੈਪ ਕਰ ਰਹੇ ਹਾਂ ਵੈਰੀ ਕੁਇਕਲੀ ਬਿਫੋਰ ਅਸੀਂ ਮੂਵ ਔਨ ਕਰੀਏ। ਤੇ ਹਾਂਜੀ ਹਰਲਿਪ ਸਿੰਘ ਜੀ ਤੁਸੀਂ ਪੜ੍ਹੋਗੇ ਕੁਐਸਚਨ ਇਹ ਵਾਲਾ? ਠੀਕ ਹੈ ਜੀ। ਪਹਿਲਾ, ਹਾਂਜੀ ਬੇਟੇ। Which tool knew that I got less score is due to my under preparation and lying creates more issues in the longer run. Brain or focus? ਹਾਂਜੀ ਬੇਟੇ ਤੁਸੀਂ ਦੱਸ ਸਕਦੇ ਹੋ ਜੀ? ਮੈਨੂੰ ਲੱਗਦਾ focus. Okay,
ਠੀਕ ਹੈ, ਚਲੋ ਆਪਾਂ ਨਾ ਇਹਨੂੰ ਇਹਦੇ ਆਨਸਰਸ ਜਿਹੜੇ ਨੇ ਨੈਕਸਟ ਸਲਾਈਡ ਤੇ ਦੇਖਾਂਗੇ। ਹਾਲੇ ਇਹਨੂੰ ਆਪਾਂ ਕੁਐਸਚਨਸ ਪੜ੍ਹ ਲੈਂਦੇ ਆ। ਲੈਟਸ ਸੀ ਕਿ ਵੀ ਆਪਾਂ ਐਟ ਦੀ ਐਂਡ ਬਾਕੀ ਬੱਚੇ ਵੀ ਕੀ ਕਹਿੰਦੇ ਨੇ, ਪਰ ਠੀਕ ਹੈ, ਦੈਟਸ ਓਕੇ। ਤੇ ਦੋ ਹਾਲੇ ਸਾਡੇ ਕੋਲ ਬੱਚੇ ਹੋਰ ਰਹਿ ਗਏ ਨੇ, ਸੋ ਦੋ ਹੀ ਹੋਰ ਕੁਐਸਚਨਸ ਨੇ। ਹਾਂਜੀ, ਨਮਨ ਸਿੰਘ ਜੀ ਤੁਸੀਂ ਪੜ੍ਹੋਗੇ ਸੈਕੰਡ ਕੁਐਸਚਨ। Who had all the emotions, fear, embarrassment, and asked me to lie? Is it the mind or the Jyot? Mind? ਕਿਉਂ ਤੁਹਾਨੂੰ ਲੱਗਦਾ ਏਦਾਂ? Mind ਹੈ? Because it told me to lie. Excellent, that's very good. ਹਾਂਜੀ, ਹਰਲਿਪ ਸਿੰਘ ਜੀ ਤੁਸੀਂ ਜੋਤ ਲਿਖਿਆ ਬੇਟੇ। ਆਪਾਂ ਆਈ ਥਿੰਕ ਕਾਫੀ ਵਾਰੀ ਇਹਨੂੰ ਮੈਨੂੰ ਲੱਗਦਾ ਕੁਐਸਚਨ ਥੋੜਾ ਜਿਹਾ ਨਹੀਂ ਠੀਕ ਰੀਡ ਕਰ ਪਾਏ ਸ਼ਾਇਦ। Yeah, I misunderstood the question ਜੀ। ਹਾਂਜੀ ਠੀਕ ਹੈ, ਮੈਂ ਬਿਲਕੁਲ ਸਮਝ ਪਾ ਰਿਹਾ ਬੇਟੇ, ਵੈਰੀ ਵੈਲ, ਮੈਨੂੰ ਸਮਝ ਆ ਰਹੀ ਹੈ ਕਿਉਂਕਿ ਅਸੀਂ ਬਹੁਤ ਅੱਛੀ ਤਰ੍ਹਾਂ ਪੜ੍ਹਿਆ ਸੀ। ਮੈਨੂੰ ਤੁਸੀਂ ਬਹੁਤ ਵਾਰੀ ਆਪਣੀ ਅੰਡਰਸਟੈਂਡਿੰਗ ਸ਼ੇਅਰ ਵੀ ਕੀਤੀ ਹੈ ਕਲਾਸਿਸ ਵਿੱਚ, ਠੀਕ ਹੈ, ਕਿ ਵੀ ਸਾਡੀ ਜਿਹੜੀ ਜੋਤ ਹੈ ਉਹ ਕਦੇ ਵੀ ਮੈਨੂੰ ਗਾਈਡ ਨਹੀਂ ਕਰੇਗੀ ਝੂਠ ਬੋਲਣ ਵਾਸਤੇ। ਉਹ ਕਦੇ ਵੀ, ਇਫ ਆਈ ਐਮ ਲਿਸਨਿੰਗ ਟੂ ਦ ਜੋਤ, ਮੈਨੂੰ ਕਦੇ ਵੀ ਫੀਅਰ ਨਹੀਂ ਹੋਏਗਾ, ਮੈਨੂੰ ਕਦੇ ਵੀ ਐम्बैरेसमेंट ਨਹੀਂ ਹੋਏਗੀ। ਉਹ ਇਸੇ ਕਰਕੇ ਨਹੀਂ ਹੋਏਗੀ ਕਿ ਜੋਤ ਵਿਲ ਗਾਈਡ ਮੀ ਥਰੂ ਆਲ ਦ ਟਾਈਮ ਟੂ ਫੋਲੋ ਦ ਰੂਲਸ, ਹੈ ਨਾ, ਪਰਫਾਰਮ ਐਜ਼ ਐਕਸਪੈਕਟਿਡ। ਉਹ ਮੈਂ ਕੁਛ ਵੀ ਕਰ ਰਿਹਾ, ਕੋਈ ਵੀ ਐਕਟੀਵਿਟੀ ਵਿੱਚ ਪਾਰਟਿਸਿਪੇਟ ਕਰ ਰਿਹਾ। ਸੋ ਇਫ ਵੀ ਆਰ ਲਿਸਨਿੰਗ ਟੂ ਆਵਰ ਜੋਤ, our life will never have a fear or embarrassment and we will never have a need to lie. ठीक है जी, वेरी गुड जी, थैंक यू बच्चों का। ते तेजवीर सिंह जी लास्ट वाला क्वेश्चन पढ़ दोगे? The one who is guiding the brain not to listen to mind and tell the truth to parents. He was constantly telling me that there would be bigger problems if I am caught lying. The one who kept reminding me afterwards that I should have spoken the truth. Jyot? ठीक है जी, वेरी गुड। ਹੋਰ ਕਿਸੇ ਬੱਚੇ ਨੂੰ ਲੱਗਦਾ ਜੀ ਇਹਦਾ ਵੀ ਆਨਸਰ ਜੋਤ ਨਹੀਂ ਹੋਣਾ ਚਾਹੀਦਾ? ਐਨੀਵਨ ਹੀਅਰ? ਠੀਕ ਹੈ ਨਾ। ਦੇਖੋ ਹੁਣ ਆਪਾਂ ਇਹ ਵੀ ਪਹਿਲਾਂ ਦੇਖਿਆ ਸੀ ਨਾ ਕਿ ਵੀ ਅਸੀਂ ਜਿਹੜਾ ਬਾਰ-ਬਾਰ ਸਾਨੂੰ ਰਿਮਾਈਂਡਰਸ ਦਿੰਦੀ ਹੈ, ਸੈਲਫ ਰਿਫਲੈਕਟ ਕਰਨ ਵਾਸਤੇ ਵੀ ਜੋਤ ਐਨਕਰੇਜ ਕਰਦੀ ਹੈ। ਸੋ ਯੈਸ, ਇਟਸ ਅ ਰਾਈਟ ਆਨਸਰ ਕਿ ਜਿਹੜੀ ਸਾਡੀ ਜੋਤ ਹੈਗੀ ਹੈ ਉਹ ਸਾਨੂੰ ਹਮੇਸ਼ਾ ਸਾਡੇ ਆਪਣੇ ਬੈਨੀਫਿਟ ਵਾਸਤੇ ਗਾਈਡ ਕਰਦੀ ਰਹਿੰਦੀ ਹੈ, ਕੌਨਸਟੈਂਟਲੀ ਸਾਨੂੰ ਮੈਸੇजेस ਰਿਮਾਈਂਡਰਸ ਦਿੰਦੀ ਰਹਿੰਦੀ ਹੈ। ਬਟ ਸਾਡਾ ਜਿਹੜਾ ਉਹ ਫੋਕਸ ਹੈ, ਸਾਡਾ ਜਿਹੜੀ ਸੁਰਤੀ ਹੈ, ਜੇ ਉਹ ਸਾਡੀ ਜੋਤ ਨੂੰ ਸੁਣਨ ਵੱਲ, ਜੋਤ ਦੇ ਮੈਸੇਜ ਵੱਲ ਜ਼ਿਆਦਾ ਧਿਆਨ ਹੋਏਗਾ, ਜ਼ਿਆਦਾ ਸਾਡੀ ਸੁਰਤੀ ਉੱਥੇ ਹੋਏਗੀ, ਦੈਨ ਸਾਡੀ ਜਿਹੜੀ ਲਾਈਫ ਹੈ ਉਹ ਈਜ਼ੀ ਹੁੰਦੀ ਜਾਏਗੀ। ਇਟਸ ਵੈਰੀ ਗੁੱਡ, ਐਕਸਲੈਂਟ, ਗੁੱਡ ਟੂ ਨੋ ਕਿ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਠੀਕ ਸਮਝ ਪਾ ਰਹੇ ਹਾਂ। ਸੋ ਆਪਾਂ ਫਿਰ ਹੁਣ ਅੱਜ ਆਪਣਾ ਜਿਹੜਾ ਸਾਡਾ ਨੈਕਸਟ ਟੂਲ ਫॉर ਗੇਮ ਆਫ ਲਾਈਫ ਹੈਗਾ, ਆਪਾਂ ਉੱਥੇ ਚੱਲਦੇ ਹਾਂ ਡਾਇਰੈਕਟਲੀ ਹੁਣ, ਤੇ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਠੀਕ ਹੈ, ਹੁਣ ਇੱਕ ਚਲੋ ਲੈਟਸ ਕੁਇਕਲੀ ਰੀਡ ਦਿਸ ਸਲਾਈਡ। ਬਾਨੀ ਕੌਰ ਜੀ ਤੁਸੀਂ ਸੁਣ ਪਾ ਰਹੇ ਹੋ ਬੇਟੇ ਹੁਣ? ਮੈਨੂੰ ਤੁਹਾਡੀ ਆਵਾਜ਼ ਨਹੀਂ ਆਈ ਪੁੱਤਰ ਜੀ। ਸੀਮਸ ਲਾਈਕ ਹੁਣ ਤੁਹਾਡਾ ਮਾਈਕ ਬੰਦ ਹੋ ਗਿਆ। ਠੀਕ ਹੈ, ਹਾਂਜੀ ਜੱਸੀ ਭਾਜੀ ਤੁਸੀਂ ਇਹ ਵਾਲੀ ਸਲਾਈਡ ਪੜ੍ਹ ਦਿਓ ਪੂਰੀ। The examples are really helpful, but how do I learn more about the rules that I already know? How do I validate things I know? Are they good rules or not? Surely all the ones teaching me good things won't be around me forever. Where do I keep learning these rules all over my life? Are all these rules documented somewhere? Do we all have these questions? ਸਾਨੂੰ ਸਾਰਿਆਂ ਨੂੰ ਲੱਗਦਾ ਕਿ ਵੀ ਅਸੀਂ ਹੁਣ ਤੱਕ ਜੋ ਸਿੱਖਿਆ ਹੈ ਕਿ ਸਾਨੂੰ ਹੁਣ ਇਹਦੇ ਬਾਰੇ ਹੁਣ ਅੱਗੇ ਫਰਦਰ ਪਤਾ ਕਰਨਾ ਚਾਹੀਦਾ ਹੈ ਨਾ। ਹਾਊ ਡੂ ਆਈ ਨੋ ਕਿ ਵੀ
ਇਹ ਸਾਰੇ ਜਿਹੜੇ ਮੈਂ ਸਿੱਖੇ ਨੇ, ਜਿਹੜੇ ਅਸੀਂ ਡਿਸਕਸ ਕੀਤੇ ਨੇ, ਇਹ ਸਾਰੇ ਰੂਲਸ ਠੀਕ ਹੈਗੇ ਨੇ? ਮੈਨੂੰ ਕਿਵੇਂ ਪਤਾ ਚੱਲੇਗਾ? ਅਸ਼ੋਰੈਂਸ ਕਿਵੇਂ ਮਿਲੇਗੀ? ਹਾਂਜੀ ਹਰਲਿਪ ਸਿੰਘ ਜੀ। I think I know the answer. ਠੀਕ ਹੈ ਜੀ, ਆਪਾਂ ਹੁਣੇ ਆਨਸਰਸ ਤੇ ਆ ਜਾਂਦੇ ਹਾਂ 2 ਮਿੰਟ ਦੇ ਵਿੱਚ। ਇਟ ਵਿਲ ਬੀ ਗੁੱਡ। ਤੁਸੀਂ ਦੱਸ ਦਿਓ ਆਨਸਰ ਕੀ ਹੈ। ਆਨਸਰ ਹੈ ਇਹ ਜਿਹੜੇ ਰੂਲਸ ਹਨ ਇਹ ਗੁਰਬਾਣੀ ਵਿੱਚ ਲਿਖੇ ਹੋਏ ਹਨ। ਗੁਰਬਾਣੀ ਸਾਨੂੰ ਸਿਖਾ ਰਹੀ ਹੈ ਇਨ ਗੁਰੂ ਗ੍ਰੰਥ ਸਾਹਿਬ ਜੀ। ਵੈਰੀ ਗੁੱਡ, ਐਕਸਲੈਂਟ। ਇਹ ਤਾਂ ਬਹੁਤ ਹੀ ਅੱਛਾ ਕੀਤਾ ਤੁਸੀਂ ਬੇਟੇ, ਵੈਰੀ ਵੈਰੀ ਗੁੱਡ, ਹੈ ਨਾ। ਕਿ ਵੀ ਦੇਖੋ ਅਸੀਂ ਹੁਣ ਤੱਕ ਜਿੰਨੀਆਂ ਵੀ ਚੀਜ਼ਾਂ ਸਿੱਖੀਆਂ, ਅਸੀਂ ਜਿੰਨਾ ਵੀ ਆਪਣੀ ਗੇਮ ਆਫ ਲਾਈਫ ਦੇ ਬਾਰੇ ਲਰਨ ਕੀਤਾ, ਜਿੰਨਾ ਕੁਝ ਵੀ ਅਸੀਂ ਗੁੱਡ ਵੌਇਸ, ਬੈਡ ਵੌਇਸ, ਸੁਰਤੀ ਬਾਰੇ, ਬੁੱਧੀ ਬਾਰੇ, ਅਸੀਂ ਕਿੰਨੀਆਂ ਚੀਜ਼ਾਂ ਡਿਫਰੈਂਟ ਵਾਸਟ ਸਿਨੈਰੀਓਜ਼, ਐਗਜ਼ਾਮਪਲਸ, ਸਾਰਿਆਂ ਦੇ ਤੁਹਾਡੇ ਲਾਈਫ ਐਕਸਪੀਰੀਅੰਸ ਚੋਂ ਜੋ ਆਪਾਂ ਸਿੱਖਿਆ ਹੁਣ ਤੱਕ, ਹੈ ਨਾ, ਇਹ ਸਾਰਾ ਕੁਝ ਜੇ ਅਸੀਂ ਵੈਲੀਡੇਟ ਕਰਨਾ ਹੋਏਗਾ ਤਾਂ ਸਾਡੇ ਕੋਲ ਇੱਕ ਟੈਕਸਟ ਹੈ, ਇੱਕ ਸਾਡੇ ਕੋਲ ਗਾਈਡੈਂਸ ਹੈ, ਉਹਨੂੰ ਅਸੀਂ ਕਹਿੰਦੇ ਹਾਂ ਗੁਰਬਾਣੀ। ਠੀਕ ਹੈ, ਗੁਰਬਾਣੀ ਇਜ਼ ਦ ਟੂਲ ਜਿਹੜੀ ਸਾਨੂੰ ਕੌਨਸਟੈਂਟ ਟੀਚਿੰਗਸ, ਕੌਨਸਟੈਂਟ ਲਰਨਿੰਗ ਦੇਗੀ ਕਿ ਜੋ ਅਸੀਂ ਕਰ ਰਹੇ ਹਾਂ ਆਪਣੀ ਲਾਈਫ ਦੇ ਵਿੱਚ, ਜੇ ਅਸੀਂ ਗੁੱਡ ਵੌਇਸ ਨੂੰ ਲਿਸਨ ਕਰ ਰਹੇ ਹਾਂ ਤਾਂ ਜਿਵੇਂ ਅਸੀਂ ਸਿੱਖਿਆ, ਜੋ ਵੀ ਅਸੀਂ ਲਰਨ ਕੀਤਾ ਹੁਣ ਤੱਕ, ਕਿ ਵੀ ਕਿਵੇਂ ਮੈਨੂੰ ਪਤਾ ਚੱਲਿਆ ਇਹ ਚੀਜ਼ਾਂ ਹਰਪ੍ਰੀਤ ਸਿੰਘ ਜੀ ਨੇ, ਦਿਲਮੋਹਨ ਸਿੰਘ ਜੀ ਨੇ, ਜਾਂ ਕਿਸੇ ਬੱਚਿਆਂ ਨੇ, ਜਿਹੜੇ ਵੀ ਬੱਚਿਆਂ ਨੇ, ਅਦਰ ਪੇਰੈਂਟਸ, ਇਹਨਾਂ ਨੇ ਵੀ ਇਹ ਸਾਡੇ ਨਾਲ ਕੰਮ ਕੀਤਾ, ਇਹਦੇ ਵਿੱਚ ਲਿਖਿਆ ਕੀਤਾ, ਹੈ ਨਾ। ਇਹ ਸਾਡੀ ਆਪਣਾ ਥਾਟ ਨਹੀਂ ਹੈ। all we did, we try to understand from ਗੁਰਬਾਣੀ ਕਿ ਸਾਨੂੰ ਗੁਰਬਾਣੀ ਸਾਡੀ ਲਾਈਫ ਨੂੰ ਈਜ਼ੀ ਬਣਾਉਣ ਵਾਸਤੇ ਕਿਵੇਂ ਗਾਈਡ ਕਰ ਰਹੀ ਹੈ। how can I live the ਗੁਰਬਾਣੀ lifestyle every day, every moment? ਠੀਕ ਹੈ, ਹੁਣ ਇਹ ਸਾਰੀਆਂ ਐਗਜ਼ਾਮਪਲਸ, ਮੈਂ ਝੂਠ ਨਹੀਂ ਬੋਲਣਾ, ਮੈਂ ਸੱਚ ਬੋਲਣਾ ਹੈ, ਮੈਂ ਪਿਓਰ ਰਹਿਣਾ ਹੈ, ਮੈਂ ਕਾਮ ਰਹਿਣਾ ਹੈ, ਮੈਂ ਰਿਲੈਕਸਡ ਰਹਿਣਾ ਹੈ, ਮੈਂ ਡਰਨਾ ਨਹੀਂ, ਇਹ ਸਾਰੀਆਂ ਚੀਜ਼ਾਂ ਮੈਨੂੰ ਗੁਰਬਾਣੀ ਸਿਖਾ ਰਹੀ ਹੈ ਕਿ ਇਫ ਯੂ ਵਾਂਟ ਟੂ ਬੀ ਅ ਵੈਰੀ ਸਟਰੋਂਗ ਐਂਡ ਜਿਹੜਾ ਇੰਡੀਵਿਜੂਅਲ, ਤਾਂ ਇਹ ਕੈਰੈਕਟਰਿਸਟਿਕਸ ਹੈਗੇ ਨੇ, ਇਹ ਸਾਰੇ ਗੁਣ ਹੈਗੇ ਨੇ, ਇਹ ਸਾਰੇ ਵਰਚੂਸ ਹੈਗੇ ਨੇ ਜਿਹੜੇ ਸਾਡੇ ਵਿੱਚ ਹੋਣੇ ਚਾਹੀਦੇ ਨੇ, ਪਰ ਇਹ ਸਾਰੀ ਗਾਈਡੈਂਸ ਸਾਨੂੰ ਗੁਰਬਾਣੀ ਵਿੱਚੋਂ ਮਿਲ ਰਹੀ ਹੈ। ਸੋ ਇਟਸ ਅ ਰਾਈਟ, ਵੈਰੀ ਗੁੱਡ ਆਨਸਰ ਹਰਲਿਪ ਸਿੰਘ ਜੀ। ਜੋ ਸਾਡਾ ਹੁਣ ਅਗਲਾ ਟੂਲ ਹੋਏਗਾ ਉਹ ਟੂਲ ਹੈ ਗੁਰਬਾਣੀ। ਠੀਕ ਹੈ, ਹੁਣ ਅਸੀਂ ਇਹਨੂੰ ਸਿੱਖਾਂਗੇ ਕਿ ਵੀ ਗੁਰਬਾਣੀ ਕਿਵੇਂ ਮੈਨੂੰ ਦੱਸ ਰਹੀ ਹੈ। ਬੜਾ ਇੰਪੋਰਟੈਂਟ ਟੂਲ ਹੈ ਜਿਹੜਾ ਕੌਨਸਟੈਂਟਲੀ ਮੇਰੀ ਬੁੱਧੀ ਨੂੰ ਟ੍ਰੇਨ ਕਰਦਾ ਹੈ, ਮੈਨੂੰ ਬਾਰ-ਬਾਰ ਸਿਖਾਉਂਦਾ ਹੈ ਕਿ ਵੀ ਮੈਂ ਆਪਣੇ ਆਪ ਨੂੰ ਕਿਵੇਂ ਇੰਪਰੂਵ ਕਰਨਾ ਹੈ, ਮੈਂ ਆਪਣੇ ਸੈਲਫ ਇੰਪਰੂਵਮੈਂਟ ਤੇ ਕਿਵੇਂ ਫੋਕਸ ਕਰਨਾ ਹੈ, ਮੈਂ ਆਪਣੇ ਆਪ ਨੂੰ ਇੱਕ ਬੈਟਰ ਪਰਸਨ, ਬੈਟਰ ਮੀ ਕਿਵੇਂ ਬਣਾਉਣਾ ਹੈ, ਕਿਹੜੇ ਮੈਨੂੰ ਚੈਲੰਜਸ ਆਉਂਦੇ ਨੇ ਜਿਹੜੇ ਉਹਦੇ ਵਿੱਚ ਮੈਂ ਜਿਨ੍ਹਾਂ ਦੇ ਕਾਰਨ ਮੈਂ ਇੱਕ ਬੈਟਰ ਪਰਸਨ ਨਹੀਂ ਬਣ ਪਾਉਂਦਾ, ਮੈਨੂੰ ਸਾਰੀਆਂ ਚੀਜ਼ਾਂ ਗੁਰਬਾਣੀ ਦੀ ਗਾਈਡੈਂਸ ਵਿੱਚੋਂ ਮਿਲਦੀਆਂ ਨੇ। ਸੋ ਦੈਟ ਇਜ਼ ਵਾਈ ਆਵਰ ਜਿਹੜਾ ਨੈਕਸਟ ਟੂਲ ਹੈਗਾ ਉਹ ਹੈ ਗੁਰਬਾਣੀ। ਹਾਂਜੀ ਹਰਲਿਪ ਸਿੰਘ ਜੀ, ਫਿਰ ਦੁਬਾਰਾ ਹੈਂਡ ਰੇਜ਼ ਕੀਤਾ ਬੇਟੇ, ਕੋਈ ਕੁਐਸਚਨ ਹੈਗਾ? ਉਹ ਨਹੀਂ ਜੀ, ਭੁੱਲ ਗਿਆ ਸੀ ਥੱਲੇ ਕਰਨ ਲਈ। ਓਕੇ ਜੀ, ਠੀਕ ਹੈ। ਹਾਂਜੀ ਬਾਣੀ ਕੌਰ ਜੀ। ਤੁਹਾਨੂੰ ਹੁਣ ਆਵਾਜ਼ ਆ ਰਹੀ ਹੈ? ਹਾਂਜੀ ਬੇਟੇ, ਹੁਣ ਆਵਾਜ਼ ਆ ਰਹੀ ਹੈ ਜੀ। ਠੀਕ ਹੈ, ਤੁਸੀਂ ਹੁਣ ਮੈਨੂੰ ਸੁਣ ਪਾ ਰਹੇ ਹੋ, ਹੈ ਨਾ? ਠੀਕ ਹੈਗਾ, ਵੈਰੀ ਗੁੱਡ। ਸੋ ਓਕੇ ਬਾਣੀ ਕੌਰ ਜੀ, ਤੁਸੀਂ ਬੇਟੇ ਹੁਣ ਤੱਕ ਅਸੀਂ ਥੋੜਾ ਜਿਹਾ ਰੀਕੈਪ ਕੀਤਾ ਸੀ ਸਿਨੈਰੀਓਜ਼ ਨੂੰ ਹੀ, ਹੈ ਨਾ, ਤੇ ਜੇ ਉਹਦੇ 'ਚ ਕੋਈ ਕੁਐਸਚਨ ਹੋਏਗਾ ਨਾ ਫਿਰ ਮੈਂ ਤੁਹਾਡੇ ਨਾਲ ਦੁਬਾਰਾ ਡਿਸਕਸ ਕਰ ਲਾਂਗਾ। ਮੈਂ ਉਹ ਸੁਣ ਲਿਆ ਸੀਗਾ ਜੀ ਹਰਪ੍ਰੀਤ ਸਿੰਘ ਜੀ। ਉਹ ਸੁਣ ਪਾ ਰਹੇ ਸੀਗੇ, ਬੋਲ ਉਧਰੋਂ ਆਵਾਜ਼ ਨਹੀਂ ਸੀ ਆ ਰਹੀ, ਤੁਹਾਡੀ ਜਾ ਰਹੀ ਸੀ ਉੱਥੇ। ਠੀਕ ਹੈ ਜੀ, ਠੀਕ ਹੈ, ਸਾਰਾ ਕੁਝ ਠੀਕ ਸੀਗਾ ਬਾਣੀ ਕੌਰ ਜੀ। ਫਿਰ ਕੋਈ ਕੁਐਸਚਨ ਹੈਗਾ ਉਹਦੇ ਵਿੱਚ? ਨਹੀਂ ਹੈ ਕੁਐਸਚਨ ਕੋਈ। ਠੀਕ ਹੈ ਬੇਟੇ, ਤੁਸੀਂ ਫਿਰ ਇਹ ਵਾਲੀ ਪੜ੍ਹ ਦੋਗੇ ਹੁਣ ਪਹਿਲਾਂ ਆਪਣੇ ਕੋਲ ਜਿਹੜਾ ਪੁਆਇੰਟ ਹੈ ਸਲਾਈਡ ਤੇ। To be a doctor, we need to attend the medical college and seek knowledge from medical books. ਠੀਕ ਹੈ ਨਾ। ਹੁਣ ਜੇ ਆਪਾਂ ਜਿਵੇਂ ਗੁਰਬਾਣੀ ਦੀ ਗੱਲ ਕਰਨੀ ਹੈ, ਸੋ ਪਹਿਲਾਂ ਥੋੜਾ ਜਿਹਾ ਇੱਕ ਆਪਣੀ ਡੇਲੀ ਲਾਈਫ ਵਿੱਚੋਂ ਆਪਾਂ ਥੋੜਾ ਅੰਡਰਸਟੈਂਡਿੰਗ ਕਰ ਲੈਂਦੇ ਹਾਂ। ਠੀਕ ਹੈ, ਇੱਥੇ ਆਪਾਂ ਐਗਜ਼ਾਮਪਲ ਜਿਹੜਾ ਹੈ ਉਹ ਮੈਡੀਕਲ ਸਕੂਲ ਦਾ, ਡਾਕਟਰ ਦਾ ਲਿਆ ਹੈ ਕਿ ਵੀ ਜੇ ਅਸੀਂ ਡਾਕਟਰ ਬਣਨਾ ਹੈ, ਹੁਣ ਤੁਸੀਂ ਸਾਰੇ ਬੱਚੇ ਹਾਈ ਸਕੂਲ ਵਿੱਚ ਹੈਗੇ ਹੋ, ਤੁਸੀਂ ਹੁਣ ਆਪਣਾ ਕਰੀਅਰ ਚੂਜ਼ ਕਰਨਾ ਹੈ,
maybe lot of you may want to become doctor, so ਉਹਦੇ ਵਾਸਤੇ ਸਾਨੂੰ preparation ਕਰਨੀ ਪੈਂਦੀ ਹੈ, ਸਾਨੂੰ ਤਿਆਰ ਕਰਨਾ ਪੈਂਦਾ, okay if I want to be a doctor what do I need, ਹੈ ਜਿਵੇਂ ਆਪਾਂ ਪਹਿਲਾਂ ਸਿੱਖਿਆ ਸੀ। ਸੋ ਸਾਨੂੰ ਇਟ ਇਜ਼ ਮਸਟ ਟੂ ਅਟੈਂਡ ਅ ਮੈਡੀਕਲ ਸਕੂਲ, ਸਾਨੂੰ ਮੈਡੀਕਲ ਦੀਆਂ ਬੁੱਕਸ ਪੜ੍ਹਨੀਆਂ ਪੈਂਦੀਆਂ, ਉਹਦੇ ਵਿੱਚੋਂ ਨੌਲੇਜ ਲੈਣੀ ਪੈਂਦੀ ਹੈ ਤਾਂ ਕਿ ਅਸੀਂ ਇੱਕ ਡਾਕਟਰ ਬਣ ਸਕੀਏ, ਜਿਹੜਾ ਕਿ ਸਾਡੀ ਜਿਹੜਾ ਉਹ ਇੱਕ ਇੱਛਾ ਹੈਗੀ ਹੈ, ਠੀਕ ਹੈ। ਸੋ ਇੱਦਾਂ ਹੀ ਹੋਰ ਐਗਜ਼ਾਮਪਲਸ ਹੈਗੇ ਨੇ। ਜਿਹੜਾ ਨੈਕਸਟ ਐਗਜ਼ਾਮਪਲ ਇਜ਼ ਕਿ ਵਿਜੀ ਇੱਕ ਮਿੰਟ ਕਰ ਦਿਓ ਸ਼ੇਅਰ। ਠੀਕ ਹੈ, ਹਾਂਜੀ। ਤੇਜਵੀਰ ਸਿੰਘ ਜੀ ਤੁਸੀਂ ਪੜ੍ਹੋਗੇ ਬੇਟੇ? To become a lawyer, we need to attend the law school and study law books. ਠੀਕ ਹੈ ਨਾ। ਹੁਣ ਦੇਖੋ ਇਹ ਚਲੋ ਦੋ ਐਗਜ਼ਾਮਪਲਸ ਹੈਗੇ ਸੀਗੇ, ਬਟ ਅਦਰਵਾਈਜ਼ ਇਹ ਜਿਵੇਂ ਹੁਣ ਆਪਾਂ ਸਿੱਖਿਆ ਕਿ ਵੀ ਡਾਕਟਰ ਬਣਨ ਲਈ ਮੈਡੀਕਲ ਸਕੂਲ ਜਾਣਾ ਪੈਂਦਾ ਹੈ, ਲਾਇਰ ਬਣਨ ਲਈ ਲਾਅ ਸਕੂਲ ਵਿੱਚ ਜਾਣਾ ਪੈਂਦਾ ਹੈ। ਬਟ ਜੇ ਆਪਾਂ ਇਹਨੂੰ ਹੋਰ ਥੋੜ੍ਹਾ ਜਿਹਾ ਸਿੰਪਲ ਕਰਕੇ ਲਰਨ ਕਰਨਾ ਹੋਵੇ, ਹੁਣ ਤੁਸੀਂ ਆਪਣੀ ਜਿਹੜੀ ਵੀ ਕਲਾਸ ਵਿੱਚ ਹੈਗੇ ਹੋ, ਈਅਰ 6, ਈਅਰ 7, ਈਅਰ 8, ਤੁਸੀਂ ਜਿਹੜੀ ਵੀ ਕਲਾਸ ਵਿੱਚ ਹੈਗੇ ਹੋ, ਤੁਹਾਨੂੰ ਆਪਣੀ ਨੈਕਸਟ ਕਲਾਸ ਵਿੱਚ ਜਾਣ ਲਈ ਤੁਹਾਨੂੰ ਇਸ ਕਲਾਸ ਦਾ ਸਿਲੇਬਸ ਪੂਰਾ ਲਰਨ ਕਰਨਾ ਪਏਗਾ ਟੂ ਗੋ ਇਨਟੂ ਦ ਨੈਕਸਟ ਕਲਾਸ, ਹੈ ਨਾ। ਜੇ ਤੁਸੀਂ ਈਅਰ 5 ਵਿੱਚ, ਈਅਰ 6 ਵਿੱਚ ਹੈਗੇ ਹੋ, ਤੁਹਾਨੂੰ ਈਅਰ 7 ਵਿੱਚ ਜਾਣਾ, ਯੂ ਹੈਵ ਟੂ ਕੰਪਲੀਟਲੀ ਅੰਡਰਸਟੈਂਡ ਐਂਡ ਜਿਹੜਾ ਹੈ ਉਹ ਸ਼ੋ ਯੋਰ ਨੌਲੇਜ ਕਿ ਹਾਂਜੀ ਮੈਨੂੰ ਇਹ ਆ ਗਿਆ ਹੈ, ਯੈਸ ਨਾਓ ਆਈ ਕੈਨ ਗੋ। ਜਿਵੇਂ ਕਿ ਆਪਾਂ ਪਹਿਲਾਂ ਐਗਜ਼ਾਮਪਲਸ ਲਏ ਸੀਗੇ ਕਿ ਜੇ ਮੈਂ ਇਹ ਵਰਡਸ ਲਿਖਣੇ ਸੀਗੇ ਤਾਂ ਵਰਡਸ ਲਿਖਣ ਤੋਂ ਪਹਿਲਾਂ ਮੇਰੀ ਪ੍ਰੀ ਰੈਕੁਇਜ਼ਿਟ ਨੌਲੇਜ ਸੀਗੀ ਕਿ ਮੈਂ ABC ਲਰਨ ਕਰਨੀ ਹੈ। ਜੇ ਮੈਂ ABC ਸਿੱਖੀ ਤਾਂ ਹੀ ਮੈਂ ਵਰਡਸ ਬਣਾ ਸਕਿਆ। ਜੇ ਮੈਨੂੰ ਵਰਡਸ ਬਣਾਉਣੇ ਆਏ then only I could make sentences, ਪਰ ਜੇ ਮੈਂ ਵਰਡਸ ਨਹੀਂ ਬਣਾਉਣੇ ਆਏ ਤਾਂ ਮੈਂ ਸੈਂਟੈਂਸ ਨਹੀਂ ਬਣਾ ਸਕਦਾ, ਹੈ ਨਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਹੁਣ ਕੋਈ ਗੇਮ ਖੇਡਦੇ ਹਾਂ ਤਾਂ ਜੇ ਮੈਂ ਸੌਕਰ ਪਲੇਅਰ ਬਣਨਾ ਹੈ ਤਾਂ ਮੈਨੂੰ ਸੌਕਰ ਟੀਮ ਜੁਆਇਨ ਕਰਨੀ ਪਏਗੀ ਤਾਂ ਕਿ ਮੈਂ ਸੌਕਰ ਦੇ ਬਾਰੇ ਲਰਨ ਕਰ ਸਕਾਂ, ਉਹਦੇ ਰੂਲ ਸਿੱਖ ਸਕਾਂ ਤੇ ਮੈਂ ਸੌਕਰ ਖੇਡ ਸਕਾਂ। ਕੋਈ ਵੀ ਐਕਟੀਵਿਟੀ ਅਸੀਂ ਕਰਦੇ ਹਾਂ ਉਹਦੇ ਵਾਸਤੇ ਸਾਨੂੰ ਪਹਿਲਾਂ ਉਹਦੇ ਐਕਟੀਵਿਟੀ ਦੇ ਬਾਰੇ ਨੌਲੇਜ ਗੇਨ ਕਰਨੀ ਪੈਂਦੀ ਹੈ ਕਿ ਯੈਸ ਓਕੇ what do we need, where do we get that knowledge, okay how do we go there, ਤੇ ਇਹ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਸਿੱਖਦੇ ਹਾਂ ਤਾਂ ਫਿਰ ਅਸੀਂ ਉਸ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦੇ ਹਾਂ, ਠੀਕ ਹੈ। ਇਸੇ ਤਰ੍ਹਾਂ ਹੀ ਹੁਣ ਜਿਹੜਾ ਹਾਂਜੀ ਠੀਕ ਹੈ ਓਕੇ ਲੈਟਸ ਇੱਥੇ ਇੱਕ ਹੋਰ ਪੁਆਇੰਟ ਜਿਹੜਾ ਸਾਡੇ ਕੋਲ ਹੈਗਾ ਕਿ ਵੀ ਕੋਈ ਵੀ ਚੀਜ਼ ਅਸੀਂ ਜਿਹੜੀ ਸਿੱਖਦੇ ਹਾਂ ਉਸ ਨੂੰ ਇੱਕ ਵਾਰੀ ਸਿੱਖ ਕੇ ਅਸੀਂ ਛੋੜ ਨਹੀਂ ਦਿੰਦੇ, ਠੀਕ ਹੈ ਨਾ। ਅਸੀਂ ਜੇ ਇੱਕ ਵਾਰੀ ਮੈਥਸ ਨੂੰ ਪੜ੍ਹਨਾ ਸ਼ੁਰੂ ਕੀਤਾ, ਇੱਕ ਉਹਦੇ ਵਿੱਚ ਅਸੀਂ ਪੜ੍ਹ ਲਿਆ, ਆਪਣੀ ਈਅਰ 1 2 3 4 ਸਾਰੇ ਵਿੱਚ ਅਸੀਂ ਫ੍ਰੈਕਸ਼ਨਸ ਪੜ੍ਹਦੇ ਗਏ, ਬਟ ਅਸੀਂ ਹਰ ਸਾਲ ਫਿਰ ਫ੍ਰੈਕਸ਼ਨ ਪੜ੍ਹਦੇ ਹਾਂ, ਬਟ ਉਹਦਾ ਲੈਵਲ ਨੈਕਸਟ ਹੋ ਜਾਂਦਾ ਹੈ, ਅਸੀਂ ਆਪਣੇ ਆਪ ਨੂੰ ਐਡਵਾਂਸ ਕਰਦੇ ਜਾਂਦੇ ਹਾਂ, ਹੈ ਨਾ। ਇਸੇ ਤਰ੍ਹਾਂ ਕੋਈ ਵੀ ਹੋਰ ਜਿਹੜੀ ਉਹ ਨੌਲੇਜ ਹੈ, ਜਿਹੜਾ ਡਾਕਟਰ ਹੈਗਾ ਉਹ ਇੱਕ ਵਾਰੀ ਪੜ੍ਹ ਲੈਂਦਾ ਹੈ ਤਾਂ ਉਹ ਆਪਣੀ ਪੜ੍ਹਾਈ ਬੰਦ ਨਹੀਂ ਕਰ ਦਿੰਦਾ। ਉਹਨੂੰ ਇੱਕ ਅੱਛਾ ਡਾਕਟਰ ਬਣਨ ਲਈ, ਉਹਨੂੰ ਅੱਛਾ ਕੰਮ ਕਰਨ ਲਈ ਆਪਣੇ ਆਪ ਨੂੰ ਕੌਨਸਟੈਂਟਲੀ ਇੰਪਰੂਵ ਕਰਨਾ ਪੈਂਦਾ ਹੈ, ਆਪਣੀ ਨੌਲੇਜ ਨੂੰ ਐਨਹਾਂਸ ਕਰਨਾ ਪੈਂਦਾ ਹੈ ਕਿ ਵੀ ਹਾਂਜੀ ਮੈਨੂੰ ਜਿਹੜੇ ਹੁਣ ਲੇਟੈਸਟ ਜਿਹੜੇ ਇਸ਼ੂਜ਼ ਆਣੇ ਨੇ ਉਹਨੂੰ ਪੜ੍ਹਨ ਲਈ ਆਪਣੇ ਆਪ ਨੂੰ ਪੜ੍ਹਾਉਣਾ ਪਏਗਾ, ਠੀਕ ਹੈ। ਸੋ ਕੋਈ ਵੀ ਕੰਮ ਕਰਨਾ ਹੈ, ਕਿਸੇ ਵੀ ਐਕਟੀਵਿਟੀ ਵਿੱਚ ਜਾਣਾ ਹੈ, ਸੋ ਨੌਲੇਜ ਜਿਹੜੀ ਹੈ ਉਹ ਹਮੇਸ਼ਾ ਅਸੀਂ ਆਪਣੇ ਆਪ ਨੂੰ ਸੈਲਫ ਇੰਪਰੂਵ ਕਰਨ ਵਾਸਤੇ ਦਿੰਦੇ ਰਹਿੰਦੇ ਹਾਂ, ਐਨਹਾਂਸ ਕਰਦੇ ਰਹਿੰਦੇ ਹਾਂ, ਸਿੱਖਦੇ ਰਹਿੰਦੇ ਹਾਂ। ਇਹ ਪ੍ਰੋਸੈਸ ਕਦੇ ਵੀ ਸਟਾਪ ਨਹੀਂ ਹੁੰਦਾ। ਜੇ ਐਦਾਂ ਮਟੀਰੀਅਲ ਵਿੱਚ ਐਦਾਂ ਹੋ ਰਿਹਾ ਹੈ ਨਾ, ਅਸੀਂ ਆਪਣੀ ਡੇ ਟੂ ਡੇ ਲਾਈਫ ਵਿੱਚ ਦੇਖ ਪਾ ਰਹੇ ਹਾਂ, ਹਰ ਰੋਜ਼ ਦੇਖਦੇ ਹਾਂ ਜੋ ਵੀ ਕੰਮ ਹੋ ਰਹੇ ਨੇ ਸਾਡੇ, ਅਸੀਂ ਸਕੂਲ ਪੜ੍ਹਦੇ ਹਾਂ, ਅਸੀਂ ਗੇਮ ਖੇਡਦੇ ਹਾਂ, ਅਸੀਂ ਘਰ ਵਿੱਚ ਵੀ ਹੈਗੇ ਹਾਂ, ਆਪਣੇ ਰੂਲ ਸਿੱਖਦੇ ਹਾਂ, ਅਸੀਂ ਅੱਜ ਰੂਲ ਬਣਾਉਂਦੇ ਹਾਂ, ਅਸੀਂ ਕੱਲ ਉਸ ਰੂਲ ਨੂੰ ਹੋਰ ਇੰਪਰੂਵ ਕਰਦੇ ਹਾਂ। ਕੋਈ ਵੀ ਰੂਲ ਘਰ ਵਿੱਚ ਸਾਡੇ ਹੋ ਸਕਦਾ ਹੈ ਕਿ ਵੀ ਅਸੀਂ ਇਹ ਆਪਣਾ ਇੱਕ ਚਾਰਟ ਬਣਾਇਆ ਕਿ ਇਹ ਵਾਲਾ ਰੂਲ ਫੋਲੋ ਕਰਨਾ ਹੈ, ਪਰ ਜਦੋਂ ਅਸੀਂ ਉਹਨੂੰ ਫੋਲੋ ਕਰਦੇ ਹਾਂ ਦੈਨ ਵੀ ਰਿਅਲਾਈਜ਼ ਕਿ ਉਹ ਯੈਸ ਇਟ ਕੁਡ ਬੀ ਡਨ ਬੈਟਰ, ਲੈਟਸ ਚੇਂਜ ਇਟ, ਲੈਟਸ ਇੰਪਰੂਵ ਇਟ। ਸੋ ਅਸੀਂ ਕੋਈ ਵੀ ਚੀਜ਼ਾਂ ਆਪਣੇ ਸਰਾਊਂਡਿੰਗ ਵਿੱਚ ਕਰਦੇ ਹਾਂ, ਉਹਨੂੰ ਐਕਸਪੀਰੀਅੰਸ ਕਰਦੇ ਹਾਂ, ਫਿਰ ਉਹਦੇ ਵਿੱਚ ਐਨਹਾਂਸਮੈਂਟ ਕਰਦੇ ਰਹਿੰਦੇ ਹਾਂ ਰੈਗੂਲਰਲੀ,
ਹੈ ਨਾ, ਐਦਾਂ ਹੀ ਮਟੀਰੀਅਲ ਵਿੱਚ ਹੋ ਰਿਹਾ। ਇਜ਼ ਦੈਟ ਵੈਰੀ ਵੈਰੀ ਕਲੀਅਰ ਕਿ ਵੀ ਕਿਸੇ ਬੱਚੇ ਨੂੰ ਇਹਦੇ ਵਿੱਚ ਕੋਈ ਕੁਐਸਚਨ ਹੈਗਾ ਕਿ ਵੀ ਐਦਾਂ ਨਹੀਂ ਹੋ ਰਿਹਾ ਸਾਡੀ ਲਾਈਫ ਵਿੱਚ? ਕੋਈ ਵੀ ਬੱਚਾ ਐਸਾ ਹੈਗਾ ਕਿ ਵੀ ਉਹਨੂੰ ਲੱਗ ਰਿਹਾ ਕਿ ਵੀ ਐਦਾਂ ਨਹੀਂ ਹੋ ਰਿਹਾ, ਕਿ ਵੀ ਸਾਡੀ ਲਾਈਫ ਐਦਾਂ ਫੰਕਸ਼ਨ ਨਹੀਂ ਕਰ ਰਹੀ ਹੈ? ਠੀਕ ਹੈ ਜੀ, ਓਕੇ। ਸੋ ਲੈਟਸ ਦੈਨ ਮੂਵ ਔਨ। ਜੇ ਇੱਥੇ ਤੱਕ ਬਿਲਕੁਲ ਕਲੀਅਰ ਹੈ ਤਾਂ ਫਿਰ ਅਸੀਂ ਜਿਹੜਾ ਆਪਣੇ ਟੌਪਿਕ ਤੇ ਆਨੇ ਆ। ਠੀਕ ਹੈ ਜੀ, ਅਰਸ਼ਵੀਰ ਕੌਰ ਜੀ ਬੇਟੇ ਤੁਸੀਂ ਪੜੋਗੇ? Tools for a game of life, Gurbani. Similarly, in life, we need a text that helps us become a good human. We need to be guided by someone to understand the difference, to be guided the difference between God and bad voice, good and bad voice. We have a challenge to ignore our bad voice, and at times we keep following bad voice, assuming it's a good voice. ਹੈ ਨਾ, ਐਦਾਂ ਹੋ ਰਿਹਾ ਨਾ ਸਾਡੇ ਨਾਲ ਕਿ ਅਸੀਂ ਕਨਸਟੈਂਟਲੀ ਲਰਨ ਕਰ ਰਹੇ ਹਾਂ। ਕਿੰਨੇ ਵੀਕਸ ਹੋ ਗਏ ਨੇ ਅਸੀਂ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਇੱਕ ਗੁੱਡ ਹਿਊਮਨ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਇਕੱਠੇ। ਰੈਗੂਲਰਲੀ ਅਸੀਂ ਆਪਣਾ ਪਹਿਲਾਂ ਸੰਡੇ ਨੂੰ 1 ਆਵਰ ਇੱਥੇ ਲਗਾਉਂਦੇ ਹਾਂ ਟੂ ਅੰਡਰਸਟੈਂਡ ਦ ਡਿਫਰੈਂਸਿਸ। ਮੈਨੂੰ ਕਿਵੇਂ ਪਤਾ ਚੱਲੇਗਾ ਕਿ ਮੈਂ ਗੁੱਡ ਵੌਇਸ ਨੂੰ ਲਿਸਨ ਕਰ ਰਿਹਾ, ਬੈਡ ਵੌਇਸ ਨੂੰ ਲਿਸਨ ਕਰ ਰਿਹਾ, ਹੈ ਨਾ? ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਸਾਰੀ ਜਿਹੜੀ ਗਾਈਡੈਂਸ ਹੈਗੀ ਹੈ ਇਹ ਕਿੱਥੋਂ ਆ ਰਹੀ ਹੈ? ਇਹ ਸਾਰੀ ਗਾਈਡੈਂਸ ਜਿਹੜੀ ਹੈ ਇਹ ਮੈਨੂੰ ਗੁਰਬਾਣੀ ਤੋਂ ਮਿਲ ਰਹੀ ਹੈ। ਬਟ ਜੇ ਮੈਂ ਕਹਾਂ ਕਿ ਵੀ ਹੁਣ ਅਸੀਂ ਇਹ ਸੰਡੇ ਨੂੰ 1 ਆਵਰ ਲਗਾਇਆ ਐਂਡ 10 ਮਿੰਟਸ ਡਿਊਰਿੰਗ ਦ ਡੇ ਮੈਂ ਉਹ ਆਪਣੀ ਗੁੱਡ ਵੌਇਸ ਐਂਡ ਬੈਡ ਵੌਇਸ ਦਾ ਹੋਮਵਰਕ ਕਰਨ ਲਈ ਲਗਾਤੇ, ਤਾਂ this is enough, this is good enough to not do anything, है ना? ਮੈਨੂੰ ਤਾਂ ਹੁਣ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ ਕਿਉਂਕਿ I am doing something really cool. ਮੈਂ ਤਾਂ ਆਪਣੇ ਆਪ ਨੂੰ ਠੀਕ ਕਰਨ ਲਈ ਕੰਮ ਕਰ ਹੀ ਰਿਹਾ ਆਲਰੇਡੀ। ਠੀਕ ਹੈ, ਬਟ ਫਿਰ ਕੀ ਹੋ ਰਿਹਾ, ਹੁਣ ਆਪਾਂ ਸਾਰਿਆਂ ਨੇ ਦੇਖਿਆ, ਆਪਾਂ ਸਾਰੇ ਬੱਚੇ ਹੋਮਵਰਕ ਵੀ ਕਰ ਰਹੇ ਹਾਂ ਇੰਕਲੂਡਿੰਗ ਮੀ। ਮੈਂ ਵੀ ਹੋਮਵਰਕ ਕਰਦਾ ਹਾਂ ਬਿਲਕੁਲ ਨਾਲ ਤੁਹਾਡੇ। ਹੁਣ ਹੋ ਕੀ ਰਿਹਾ, ਕਨਸਟੈਂਟਲੀ ਆਫਟਰ ਆਲ ਥੀਸ ਐਫਰਟਸ ਅਸੀਂ ਫਿਰ ਵੀ ਸਮਵੇਅਰ ਅਰਾਊਂਡ ਅਸੀਂ ਆਪਣੀ ਬੈਡ ਵੌਇਸ ਨੂੰ ਨਹੀਂ ਸੁਣਨ ਦੇ ਵਿੱਚ ਨਹੀਂ ਸਕਸੈਸਫੁਲ ਹੋ ਪਾ ਰਹੇ। ਨੰਬਰ ਆਫ ਟਾਈਮਸ ਯੈਸ ਇਟਸ ਗੈਟਿੰਗ ਬੈਟਰ, ਬਟ ਸਟਿਲ ਨੰਬਰ ਆਫ ਟਾਈਮਸ ਸਾਨੂੰ ਇਹ ਚੈਲੰਜ ਫੇਸ ਕਰਨਾ ਪੈ ਰਿਹਾ ਹੈ। ਸਾਨੂੰ ਪਤਾ ਵੀ ਹੈ ਕਿ ਵੀ ਇਹ ਬੈਡ ਵੌਇਸ ਹੈ, ਵੀ ਸ਼ੁੱਡ ਨਾਟ ਲਿਸਨ ਟੂ ਇਟ, ਬਟ ਫਿਰ ਵੀ ਸਾਨੂੰ ਹਰ ਰੋਜ਼ ਇਹ ਚੈਲੰਜ ਫੇਸ ਕਰਨਾ ਪੈ ਰਿਹਾ ਹੈ ਕਿ ਆਪਣੇ ਆਪ ਨੂੰ ਜਸਟੀਫਾਈ ਕਰਨਾ ਪੈ ਰਿਹਾ ਕਿ ਇਟਸ ਓਕੇ, ਦੈਟਸ ਫਾਈਨ, ਓਕੇ ਇਟਸ ਜਸਟ ਵਨ ਟਾਈਮ, ਆਈ ਕੈਨ ਡੂ ਇਟ, ਆਈ ਕੈਨ ਗੈਟ ਅਵੇ ਵਿਦਆਊਟ ਇਟ, ਹੈ ਨਾ? ਜਿਵੇਂ ਕਿ ਉਹ ਬੱਚੇ ਦਾ ਐਗਜ਼ਾਮਪਲ ਸੀਗਾ ਸਿਨੈਰੀਓ ਦੇ ਵਿੱਚ, ਮੇ ਬੀ ਉਹ ਬੱਚੇ ਨੂੰ ਸ਼ਾਇਦ ਪਤਾ ਸੀਗਾ ਕਿ ਵੀ ਮੈਂ ਇਹ ਐਦਾਂ ਤੇ ਮੇਰੇ ਪੇਰੈਂਟਸ ਨੂੰ ਪਤਾ ਲੱਗ ਜਾਏਗਾ, ਬਟ ਹੀ ਜਸਟ ਅਸਿਊਮਡ, ਉਹਨੇ ਆਪਣੇ ਆਪ ਨੂੰ ਜਸਟੀਫਿਕੇਸ਼ਨ ਦੇਤੀ ਕਿ ਵੀ ਉਹ ਮੇਰੇ ਪੇਰੈਂਟਸ ਨੂੰ ਕਿਹੜਾ ਪਤਾ ਚੱਲਣਾ ਹੈ ਕਿ ਵੀ ਮੈਂ ਆਪਣੀ ਹੋਮਵਰਕ ਸ਼ੀਟ ਟੀਚਰ ਤੋਂ ਮੈਨੂੰ ਮਿਲੀ ਸੀ, ਮੇਰੇ ਮਾਰਕਸ ਠੀਕ ਨਹੀਂ ਸੀ ਆਏ ਤਾਂ ਮੈਂ ਸ਼ੇਅਰ ਨਹੀਂ ਕੀਤੀ, ਹੈ ਨਾ? ਸੋ ਇਹ ਸਾਰੇ ਚੈਲੰਜਿਸ ਅਸੀਂ ਆਪਣੀ ਲਾਈਫ ਦੇ ਵਿੱਚ ਹਰ ਰੋਜ਼ ਫੇਸ ਕਰਦੇ ਹਾਂ। ਕਿੰਨੀ ਐਫਰਟ ਕਰਨ ਦੇ ਬਾਅਦ ਵੀ ਸਾਨੂੰ ਹਾਲੇ ਵੀ ਉਹ ਚੈਲੰਜ ਸਾਡੀ ਲਾਈਫ ਵਿੱਚ ਆਈ ਜਾ ਰਿਹਾ ਹੈ। ਸੋ ਇਟਸ ਜਸਟ ਅ ਬਿਗਨਿੰਗ। ਮੈਂ ਜਸਟ ਰਿਮਾਈਂਡਰ ਦੇਣਾ ਸੀਗਾ ਕਿ ਵੀ ਇਹ ਵੀ ਹੈਵ ਜਸਟ ਸਟਾਰਟਡ, ਹੈ ਨਾ? ਸੋ ਜੇ ਅਸੀਂ ਸਾਰੇ ਇਕੱਠੇ ਰਲ ਕੇ ਟੁਗੇਦਰ ਆਪਣੀ ਇਸ ਜਰਨੀ ਨੂੰ ਕੰਟੀਨਿਊ ਕਰਾਂਗੇ ਵਿਦ ਦ ਗਾਈਡੈਂਸ ਆਫ ਗੁਰਬਾਣੀ, ਫਿਰ ਅਸੀਂ we have the full trust, full faith ਕਿ yes, ਗੁਰਬਾਣੀ will help us, ਗੁਰਬਾਣੀ will guide us ਕਿ ਮੈਂ ਆਪਣੀ ਬੈਡ ਵੌਇਸ ਨੂੰ ਜਿਹੜਾ ਉਹ ਬਿਲਕੁਲ ਖਤਮ ਕਰਨ ਵਿੱਚ ਸਕਸੈਸਫੁਲ ਹੋ ਸਕਾਂਗਾ। ਹੁਣ ਉਹ ਕਿਵੇਂ ਹੋਏਗਾ? ਹਾਊ ਕੈਨ ਵੀ ਸੇ ਕਿ ਵੀ ਗੁਰਬਾਣੀ ਜਿਹੜੀ ਹੈ ਉਹ ਇੱਦਾਂ ਕਰ ਰਹੀ ਹੈ, ਗੁਰਬਾਣੀ ਕੋਲ ਜਿਹੜਾ ਐਕਸਪੀਰੀਅੰਸ ਹੈਗਾ ਕਿ ਮੈਂ ਉਹਨੂੰ ਕਿਵੇਂ ਟਰਸਟ ਕਰਾਂ, ਹੈ ਨਾ? ਹੁਣ ਐਦਾਂ ਹੁੰਦਾ ਕਿ ਵੀ ਮੈਨੂੰ ਲੱਗਦਾ ਕਿ ਵੀ ਇਹ ਗੁਰਬਾਣੀ ਦਾ ਜਿਵੇਂ, ਜਾਂ ਇਹਨੂੰ ਆਪਾਂ ਲੈਟਸ ਸਟੇ ਪਾਕ ਗੁਰਬਾਣੀ ਫॉर ਅ ਸੈਕਿੰਡ। ਤੁਸੀਂ ਆਪਣੀ ਕਲਾਸ ਵਿੱਚ ਪੜ੍ਹਨ ਜਾਂਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਵੀ ਕੋਈ ਵੀ ਤੁਹਾਡਾ ਜਿਹੜਾ ਟੌਪਿਕ ਡਿਸਕਸ ਹੋ ਰਿਹਾ ਹੈ, ਤੁਹਾਡੀ ਜਿਹੜੀ ਟੀਚਰ ਹੈਗੀ ਹੈ ਉਹ ਤੁਹਾਨੂੰ ਟੌਪਿਕ ਪੜ੍ਹਾ ਰਹੀ ਹੈ, ਬਟ ਦ ਟੀਚਰ ਡਜ਼ ਨਾਟ ਨੋ ਮਚ ਅਬਾਊਟ ਦਿਸ ਟੌਪਿਕ,
ਹੁਣ ਤੁਹਾਨੂੰ ਲੱਗਦਾ ਕਿ ਵੀ ਉਹ ਟੀਚਰ ਤੁਹਾਨੂੰ ਐਕਸਪਲੇਨ ਕਰ ਪਾਏਗਾ ਜਾਂ ਕਰ ਪਾਏਗੀ ਜੇ ਉਹਨੂੰ ਆਪ ਨੌਲੇਜ ਨਹੀਂ ਹੈਗੀ ਹੈ about any topic which they are trying to teach you? Jaskirat Singh ji, हाँ जी. They wouldn't know what to teach you. Okay, but they are still teaching you. Would you have faith in them? No, they would teach you the wrong things. है ना? ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰਾ ਸਾਨੂੰ ਕਿੱਥੋਂ ਪਤਾ ਚੱਲਦਾ ਹੈ ਕਿ ਵੀ ਜਿਹੜਾ ਮੇਰਾ ਟੀਚਰ ਹੈ ਉਹ ਮੈਨੂੰ ਠੀਕ ਪੜ੍ਹਾ ਰਿਹਾ ਹੈ ਨਾ? ਇਹ ਆਪਣੀ ਅਗੇਨ ਜੇ ਆਪਾਂ ਰਿਲੇਟ ਕਰਨਾ ਹੋਏ ਨਾ ਕੋਈ ਵੀ ਚੀਜ਼ਾਂ ਨੂੰ ਕਿਸੇ ਵੀ ਐਕਟੀਵਿਟੀ ਨੂੰ ਜਿੱਥੇ ਮੈਂ ਪਾਰਟਿਸਿਪੇਟ ਕਰਦਾ ਉਹ ਮੇਰਾ ਜਿਹੜਾ ਲਾਅ ਸਕੂਲ ਦਾ ਐਗਜ਼ਾਮਪਲ ਹੈ, ਮੈਡੀਕਲ ਸਕੂਲ ਦਾ ਐਗਜ਼ਾਮਪਲ ਹੈ, ਮੇਰੀ ਗੇਮ ਦਾ ਐਗਜ਼ਾਮਪਲ ਹੈ, ਜਿੱਥੇ ਵੀ ਮੈਂ ਪਾਰਟਿਸਿਪੇਟ ਕਰਦਾ ਉੱਥੇ ਜਿਹੜਾ ਵੀ ਬੰਦਾ ਟੀਚਰ ਹੈ, ਕੋਚ ਹੈ, ਉਹ ਮੈਨੂੰ ਗਾਈਡ ਕਰਦਾ ਹੈ। ਪਹਿਲਾਂ ਉਹ ਆਪ ਟ੍ਰੇਨਿੰਗ ਲੈਂਦਾ ਹੈ, ਉਹ ਆਪਣੀ ਟ੍ਰੇਨਿੰਗ ਔਰ ਆਪਣੇ ਉਹਨੂੰ ਆਪਣੀ ਲਾਈਫ ਵਿੱਚ ਐਕਸਪੀਰੀਅੰਸ ਕਰਦਾ ਹੈ, ਫਿਰ ਆਪਣੇ ਐਕਸਪੀਰੀਅੰਸ ਦੇ ਥਰੂ ਉਹ ਮੈਨੂੰ ਟੀਚ ਕਰਦਾ ਹੈ। ਠੀਕ ਹੈ, ਇਹ ਸਾਨੂੰ ਇਹ ਵੈਲੀਡੇਸ਼ਨ ਕਿੱਥੋਂ ਮਿਲਦੀ ਹੈ? ਗੁਰਬਾਣੀ ਚੋਂ ਮਿਲ ਰਹੀ ਹੈ। ਸਾਨੂੰ 100% ਇਹ ਵਾਲਾ ਭਰੋਸਾ ਹੈਗਾ ਕਿ ਜਿਹੜਾ ਗੁਰਬਾਣੀ ਦੇ ਵਿੱਚ ਰਿਟਨ ਟੈਕਸਟ ਸਾਡੇ ਕੋਲ ਹੈਗਾ ਇਹ ਕਲੈਕਸ਼ਨ ਆਫ ਲੋਟਸ ਆਫ ਡਿਫਰੈਂਟ ਇੰਡੀਵਿਜੂਅਲਸ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਇਹਨੂੰ ਜੀਆ ਐਟ ਡਿਫਰੈਂਟ ਟਾਈਮਸ ਐਟ ਡਿਫਰੈਂਟ ਜੀਓਗ੍ਰਾਫੀਕਲ ਲੋਕੇਸ਼ਨਸ। ਉਹਨਾਂ ਨੇ ਇਹਨੂੰ ਆਪਣੀ ਲਾਈਫ ਦਾ ਪਾਰਟ ਬਣਾਇਆ। ਇਹਦੇ ਨਾਲ ਉਹਨਾਂ ਨੇ ਪਹਿਲਾਂ ਆਪਣੀ ਲਾਈਫ ਨੂੰ ਈਜ਼ੀ ਕੀਤਾ। ਜਦੋਂ ਉਹਨਾਂ ਨੇ ਇਹ ਐਕਸਪੀਰੀਅੰਸ ਕੀਤਾ ਕਿ ਯੈਸ ਦਿਸ ਇਜ਼ ਹੈਲਪਿੰਗ them, ਫਿਰ ਉਹਨਾਂ ਨੇ ਬਾਕੀ ਸਾਰਿਆਂ ਨਾਲ ਸਾਡੇ ਨਾਲ ਇਹ ਸ਼ੇਅਰ ਕੀਤਾ ਬਾਏ ਡਾਕੂਮੈਂਟਿੰਗ ਇਟ, ਹੈ ਨਾ। ਇਹ ਸਾਨੂੰ ਡਾਕੂਮੈਂਟ ਦਿੱਤਾ। ਫਿਰ ਅਸੀਂ ਹੁਣ ਅੱਜ ਜੇ ਇਹ ਵਾਲਾ ਭਰੋਸਾ ਇਹ ਵਾਲਾ ਫੇਥ 100% ਰੱਖਾਂਗੇ ਕਿ ਵੀ ਯੈਸ ਦਿਸ ਟੈਕਸਟ ਦਿਸ ਗੁਰਬਾਣੀ has the power to help me become a good human being, ਫਿਰ ਮੈਂ ਆਪਣੇ ਫੁੱਲ ਭਰੋਸੇ ਨਾਲ ਫੁੱਲ ਫੇਥ ਨਾਲ ਗੁਰਬਾਣੀ ਚੋਂ ਗਾਈਡੈਂਸ ਲੈਣ ਵਾਸਤੇ ਕੌਨਸਟੈਂਟਲੀ ਜਿਹੜੀ ਹੈ ਐਫਰਟ ਕਰਦਾ ਰਵਾਂਗਾ। ਬਟ ਇਹ ਵਾਲੀ ਚੀਜ਼ ਮੈਨੂੰ ਵੈਰੀ ਮਚ ਕਲੀਅਰ ਹੈ ਕਿ ਵੀ ਇਹ ਜੋ ਡਾਕੂਮੈਂਟ ਕਰਤਾ ਉਹਨਾਂ ਨੇ ਆਪਣੇ ਲਾਈਫ ਦੇ ਐਕਸਪੀਰੀਅੰਸ ਤੋਂ ਕੀਤਾ, ਤਾਂ ਹੀ ਕਰਕੇ ਉਹ ਮੈਨੂੰ ਬਾਰ-ਬਾਰ ਇਹ ਦੱਸ ਰਹੇ ਨੇ ਕਿ if you react or you become angry then you get into trouble, है ना। गुरबाणी ਦੇ ਵਿੱਚ ਮੈਨੂੰ ਬਾਰ-ਬਾਰ ਗਾਈਡੈਂਸ ਮਿਲ ਰਹੀ ਹੈ ਕਿ ਵੀ ਗੁੱਸਾ ਨਹੀਂ ਕਰ ਸਕਦਾ ਤੂੰ। ਜੇ ਗੁੱਸਾ ਕਰੇਗਾ you lose control of yourself, then everything which you do while you have lost your control will go against you. So ਮੈਂ ਐਕਸਪੀਰੀਅੰਸ ਕਰ ਰਿਹਾ, I am reading it from ਗੁਰਬਾਣੀ, ਪਰ ਮੈਂ ਨਾਲ ਹੀ ਨਾਲ ਐਕਸਪੀਰੀਅੰਸ ਵੀ ਕੀਤਾ ਹੈ ਕਿ ਯੈਸ what ਗੁਰਬਾਣੀ has guided me ਇਹ ਬਿਲਕੁਲ ਠੀਕ ਹੈਗਾ, ਇਹ ਸੱਚ ਹੈਗਾ, ਹੈ ਨਾ। ਮੈਨੂੰ ਗੁਰਬਾਣੀ ਸਿਖਾ ਰਹੀ ਹੈ ਮੈਂ ਸੱਚਾ ਇਨਸਾਨ ਬਣਨਾ ਹੈ, ਸੱਚ ਬੋਲਣਾ ਹੈ। ਜੇ ਮੈਂ ਸੱਚ ਬੋਲਦਾ, ਸੱਚਾ ਇਨਸਾਨ ਬਣਦਾ ਤਾਂ ਮੇਰੀ ਲਾਈਫ ਈਜ਼ੀ ਹੋ ਰਹੀ ਹੈ। ਮੈਂ ਨਿਰਭਉ ਹੋ ਰਿਹਾ, ਮੈਨੂੰ ਡਰ ਨਹੀਂ ਲੱਗ ਰਿਹਾ ਕਿਉਂਕਿ ਮੈਂ ਹਮੇਸ਼ਾ ਸੱਚ ਦੇ ਬੇਸਡ ਲਾਈਫ ਨੂੰ ਜੀ ਪਾ ਰਿਹਾ ਕਿ ਮੈਂ ਮੇਰੇ ਮਾਈਂਡ ਦੇ ਵਿੱਚ ਇਹ ਵਾਲੀ ਗਾਈਡੈਂਸ ਆ ਹੀ ਨਹੀਂ ਰਹੀ ਕਿ ਮੈਂ ਝੂਠ ਬੋਲਣਾ ਹੈ। ਮੈਂ ਉਹ ਵਾਲੀ ਵੌਇਸ ਨੂੰ ਲਿਸਨ ਹੀ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਗੁਰਬਾਣੀ ਨੇ ਟ੍ਰੇਨ ਕਰਤਾ ਹੈ। ਇਹੀ ਕੰਮ ਗੁਰਬਾਣੀ ਦਾ ਹੈ, ਠੀਕ ਹੈ। ਗੁਰਬਾਣੀ ਦਾ ਕੰਮ ਕੀ ਹੈ? ਅਗੇਨ ਵੈਰੀ ਵੈਰੀ ਇੰਪੋਰਟੈਂਟ ਟੂਲ ਜਿਹੜਾ ਸਾਡੀ ਬੁੱਧੀ ਨੂੰ ਟ੍ਰੇਨਿੰਗ ਦਿੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਕੌਨਸਟੈਂਟਲੀ ਕਿਵੇਂ ਇੰਪਰੂਵ ਕਰਨਾ ਹੈ। ਦੈਟ ਇਜ਼ ਵਾਈ ਗੁਰਬਾਣੀ ਪਲੇਜ਼ ਦ important ever rule in our life ਕਿ ਵੀ ਉਹ ਮੇਰੀ ਬੁੱਧੀ ਨੂੰ constantly train ਕਰਦਾ ਰਹਿੰਦਾ ਹੈ। ਉਹਦੇ ਨਾਲ ਫਿਰ ਜਿਹੜੀ ਮੇਰਾ ਫੋਕਸ ਹੈਗਾ ਉਹ ਆਪਣੇ ਆਪ ਗੁੱਡ ਵੌਇਸ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਬਟ ਇਟ ਆਲ ਹੈਪਨਸ ਜੇ ਮੈਨੂੰ ਭਰੋਸਾ ਹੈ, ਮੈਨੂੰ ਪੂਰਾ ਫੇਥ ਹੈ ਕਿ ਗੁਰਬਾਣੀ ਮੈਨੂੰ ਮੇਰੀ ਲਾਈਫ ਨੂੰ ਈਜ਼ੀ ਕਰਨ ਵਾਸਤੇ ਜਿਹੜਾ ਉਹ ਗਾਈਡੈਂਸ ਦੇ ਰਹੀ ਹੈ। ਇੱਕ ਹੋਰ ਛੋਟਾ ਜਿਹਾ ਐਗਜ਼ਾਮਪਲ ਲਵਾਂਗੇ ਅੱਗੇ ਜਾਣ ਤੋਂ ਪਹਿਲਾਂ। ਜਿਵੇਂ ਸਾਡੇ ਪੇਰੈਂਟਸ ਨੇ, ਸਾਡੇ ਪੇਰੈਂਟਸ ਵੀ ਆਪਣੇ ਐਕਸਪੀਰੀਅੰਸਿਸ ਦੇ ਵਿੱਚੋਂ, ਆਪਣੀ ਲਾਈਫ ਦੇ ਐਕਸਪੀਰੀਅੰਸਿਸ ਦੇ ਵਿੱਚੋਂ ਮੈਨੂੰ ਕੌਨਸਟੈਂਟਲੀ ਗਾਈਡ ਕਰਦੇ ਨੇ ਕਿਉਂਕਿ ਉਹ ਵਾਲੀ ਫੇਜ਼ ਆਫ ਲਾਈਫ ਵਿੱਚੋਂ ਨਿਕਲ ਚੁੱਕੇ ਹੁੰਦੇ ਨੇ। ਲੋਟਸ ਆਫ ਟਾਈਮਸ ਉਹਨਾਂ ਨੇ ਉਹ ਸਾਰਾ ਕੁਝ ਜਿਹੜਾ ਮੈਂ ਅੱਜ ਐਕਸਪੀਰੀਅੰਸ ਕਰ ਰਿਹਾ ਮੇਰੇ ਤੋਂ ਮੈਨੀ ਈਅਰਸ ਅਗੋ ਫੇਸ ਕੀਤਾ ਹੈ।
because we all go through the same phase of lives. ਪਰ ਉਹਨਾਂ ਨੇ ਵੀ ਉਹੀ ਫੇਸ ਕੀਤਾ। ਹੁਣ ਅੱਜ ਮੈਂ ਵੀ ਸੇਮ ਸਿਚੁਏਸ਼ਨ ਵਿੱਚ ਹਾਂ। ਹੁਣ ਦੇ ਹੈਲਪ ਮੀ, ਬਟ ਜੇ ਮੈਂ ਆਪਣੇ ਪੇਰੈਂਟਸ ਤੇ ਫੁੱਲ ਵਿਸ਼ਵਾਸ, ਫੁੱਲ ਭਰੋਸਾ ਰੱਖਾਂਗਾ ਕਿ ਯੈਸ ਦੇ ਵਿਲ ਡੂ ਐਵਰੀਥਿੰਗ ਫॉर ਮਾਈ ਗੁੱਡ, ਹੈ ਨਾ, ਟੂ ਹੈਲਪ ਮੀ, ਟੂ ਸਪੋਰਟ ਮੀ, ਫਿਰ ਮੈਂ ਉਹਨਾਂ ਦੀ ਗੱਲ ਸੁਣਾਂਗਾ। ਬਟ ਜੇ ਮੈਨੂੰ ਇਹ ਵਾਲਾ ਭਰੋਸਾ ਨਹੀਂ ਹੋਏਗਾ ਤਾਂ ਮੈਂ ਆਪਣੇ ਪੇਰੈਂਟਸ ਦੀ ਗੱਲ ਨਹੀਂ ਸੁਣਾਂਗਾ। ਇਹ ਗੱਲ ਮੈਨੂੰ ਗਾਈਡੈਂਸ ਕਿਉਂ ਮਿਲ ਰਹੀ ਹੈ, ਇਹਦੇ ਵਿੱਚ ਪੇਰੈਂਟਸ ਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ। ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਣਾ ਜੇ ਮੈਂ ਉਹਨਾਂ ਦੀ ਗਾਈਡੈਂਸ ਨੂੰ ਫੋਲੋ ਕਰਾਂਗਾ। ਜੇ ਮੈਂ ਉਹਨਾਂ ਦੀ ਗਾਈਡੈਂਸ ਨੂੰ ਫੋਲੋ ਕਰਾਂਗਾ ਤਾਂ ਮੇਰਾ ਬੈਨੀਫਿਟ ਹੋਏਗਾ। ਜੇ ਮੈਨੂੰ ਮੇਰੇ ਪੇਰੈਂਟਸ ਨੇ ਸਿਖਾਇਆ ਹੈ ਕਿ ਵੀ ਤੁਸੀਂ ਇੱਕ ਅੱਛਾ ਇਨਸਾਨ ਬਣਨਾ ਹੈ, ਤਾਂ ਉਹ ਮੇਰੇ ਅੱਛੇ ਵਾਸਤੇ ਸਿਖਾ ਰਹੇ ਨੇ, ਹੈ ਨਾ। ਉਹਨਾਂ ਨੇ ਮੈਨੂੰ ਸਿਖਾਇਆ ਹੈ ਕਿ ਵੀ ਮੈਂ ਆਪਣੇ ਸਕੂਲ ਜਾਂਦਾ ਸੀ ਤਾਂ ਮੈਂ ਧਿਆਨ ਲਗਾ ਕੇ ਪੜ੍ਹਦਾ ਸੀ, ਮੈਂ ਸਾਰਿਆਂ ਦੀ ਹੈਲਪ ਕਰਦਾ ਸੀ, ਤਾਂ ਉਹ ਮੇਰੇ ਫਾਇਦੇ ਵਾਸਤੇ ਹੈ। ਹੁਣ ਅੱਜ ਮੈਂ ਉਸ ਚੀਜ਼ ਨੂੰ ਫੋਲੋ ਕਰ ਪਾਵਾਂਗਾ ਤਾਂ ਮੇਰੀ ਵੀ ਲਾਈਫ ਈਜ਼ੀ ਹੋਏਗੀ। ਬਟ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਾਂਗਾ ਤਾਂ ਨੁਕਸਾਨ ਸਿਰਫ ਮੇਰਾ ਹੈ, ਪੇਰੈਂਟਸ ਨੂੰ ਇਹਦਾ ਕੋਈ ਨਹੀਂ ਨੁਕਸਾਨ ਹੋਣਾ। ਜੇ ਪੇਰੈਂਟਸ ਨੇ ਅੱਜ ਮੈਨੂੰ ਕਿਹਾ ਕਿ ਓਕੇ ਯੂ ਆਰ ਗੋਇੰਗ ਆਊਟ ਵਿਦ ਯੂਰ ਫਰੈਂਡਸ, ਪਰ ਭਾਈ ਤੁਹਾਡੇ ਕੋਲ ਇੰਨਾ ਹੀ ਟਾਈਮ ਹੈ, ਯੂ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ। ਜਦੋਂ ਬਾਹਰ ਜਾ ਰਹੇ ਹੋ ਧਿਆਨ ਰੱਖੋ ਔਰ ਆਪਣੇ ਸਮੇਂ ਸਿਰ ਘਰ ਵਾਪਸ ਆਓ, ਕਿਉਂਕਿ ਉਹਨਾਂ ਨੇ ਉਹ ਚੀਜ਼ਾਂ ਅੱਜ ਤੋਂ ਕਈ ਸਾਲ ਪਹਿਲਾਂ ਐਕਸਪੀਰੀਅੰਸ ਕੀਤੀਆਂ ਹੋਈਆਂ ਕਿ ਬਾਹਰ ਜਾ ਕੇ ਲੇਟ ਆਵਰ ਵਿੱਚ ਜੇ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਦੇ ਵਿੱਚ ਲੋਟਸ ਆਫ ਥਿੰਗਸ ਹੈਪਨਸ ਵਿਚ we should not even talk about. Okay, let's say okay ਇਹ ਚੀਜ਼ਾਂ ਮੇਰੀ ਲਾਈਫ ਵਿੱਚ ਟਰਬਲ ਲੈ ਕੇ ਆਣਗੀਆਂ, I should listen to them. ਜੇ ਮੈਂ ਨਹੀਂ ਕਰਦਾ then I experience that trouble, ਫਿਰ ਮੈਨੂੰ ਹਾਰਡ ਵੇ ਲਰਨ ਕਰਨਾ ਪੈ ਰਿਹਾ। ਪੇਰੈਂਟਸ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ, ਠੀਕ ਹੈ, ਓਕੇ ਫॉर द मोमेंट ਉਹ ਅਪਸੈਟ ਹੋਣਗੇ। ਕਿਉਂ ਹੋਣਗੇ? ਕਿਉਂਕਿ they were trying to help me but I didn't take the guidance. ਸੋ ਇਹੀ ਗੁਰਬਾਣੀ ਦਾ ਰੋਲ ਹੈ। ਗੁਰਬਾਣੀ ਨੇ ਮੇਰੀ ਲਾਈਫ ਦੇ ਵਿੱਚੋਂ ਇਲੂਜਨਸ ਜਿਹੜੀਆਂ ਨੇ, ਜਿਨ੍ਹਾਂ ਨੂੰ ਮੈਂ ਜਸਟੀਫਾਈ ਕਰ ਪਾ ਰਿਹਾ ਕਰਦਾ ਬਾਰ-ਬਾਰ, ਉਹਨਾਂ ਨੂੰ ਖਤਮ ਕਰਨਾ ਹੈ, ਠੀਕ ਹੈ। ਸੋ ਮੈਨੂੰ ਬਾਰ-ਬਾਰ ਵਾਪਸ ਕੀ ਰਿਮਾਈਂਡ ਕਰਾ ਰਹੀ ਹੈ, ਇੱਕ ਅੱਛੇ ਇਨਸਾਨ ਬਣਨ ਲਈ ਸਾਨੂੰ ਚੰਗੇ ਗੁਣ ਲੈਣੇ ਪੈਂਦੇ ਆ। ਚੰਗੇ ਗੁਣ ਲੈਣ ਲਈ ਸਾਨੂੰ ਉਹਨਾਂ ਨੇ ਕੀ ਸਿਖਾਇਆ ਸੀਗਾ? ਅਸੀਂ ਸਾਰੇ ਬੱਚਿਆਂ ਨੇ ਪਹਿਲਾਂ ਸਿੱਖਿਆ ਵੀ ਹੈ, ਪੜ੍ਹਿਆ ਵੀ ਹੈ। ਮੈਨੂੰ ਇੱਕ ਨਿਰਭਉ ਨਿਰਵੈਰ ਵਾਲਾ ਗੁਣ ਲੈਣਾ ਪਏਗਾ, ਹੈ ਨਾ। ठीक है जी, समझ आया कि भी इट हैड बिकम टू मच ऑफ अ लेक्चर। मैं आई डिडंट वांट टू डू दैट, पर मैंने लग रहा सी थोड़ा जिहा देयर इज नीड टू स्ट्रेस के गुरबाणी की रोल प्ले कर रही है ते सानू गुरबाणी दी लोड़ क्यों है, ठीक है। ये गल आई जस्ट वांट टू मेक श्योर कि सानू सारिਆਂ ਨੂੰ ਇਹ ਗੱਲ समझ आ गई है। हाँ जी, बाणी कौर जी तुसी पढ़ोगे बेटे? Tools for Game of Life Gurbani. Gurbani helps us understand the message of good voice, Jodh. It also has the teachings to help us understand what will be the consequences of listening to bad voice, mind. ਹੁਣ ਆਪਾਂ ਹੁਣ ਤੱਕ ਜਿੰਨੀਆਂ ਵੀ ਗੱਲਾਂ ਪਹਿਲਾਂ ਸਿੱਖੀਆਂ ਪਿਛਲੀਆਂ ਕਲਾਸਾਂ ਦੇ ਵਿੱਚ, ਹੈ ਨਾ, ਬਾਰ-ਬਾਰ ਉਹੀ ਸੇਮ ਗੁਰਬਾਣੀ ਦਾ ਕੀ ਰੋਲ ਹੈਗਾ? ਗੁਰਬਾਣੀ ਦਾ ਰੋਲ ਹੈ ਕਿ ਵੀ ਮੈਨੂੰ ਰਿਮਾਈਂਡਰਸ ਦੇਣੇ। ਜੇ ਅਸੀਂ ਰੋਜ਼ ਪਾਠ ਕਰਦੇ ਹਾਂ, ਰੋਜ਼ ਗੁਰਬਾਣੀ ਨੂੰ ਰੀਡ ਕਰਦੇ ਹਾਂ, ਤਾਂ ਗੁਰਬਾਣੀ ਕੀ ਕਰ ਰਹੀ ਹੈ? ਗੁਰਬਾਣੀ ਇਜ਼ ਗਿਵਿੰਗ ਮੀ ਅ ਰਿਮਾਈਂਡਰ। ਜਿਵੇਂ ਅਸੀਂ ਸਕੂਲ ਗਏ, ਕਲਾਸ ਵਿੱਚ ਬੈਠੇ, ਟੀਚਰ ਨੇ ਸਾਨੂੰ ਇੱਕ ਸਬਜੈਕਟ ਸਮਝਾਇਆ, ਪੜ੍ਹਾਇਆ ਵੀ, ਨਾਲੇ ਅਸੀਂ ਘਰ ਆਉਂਦੇ ਹਾਂ, ਘਰ ਆ ਕੇ ਉਹਦਾ ਹੋਮਵਰਕ ਕਰਦੇ ਹਾਂ, ਉਹਨੂੰ ਰਿਪੀਟ ਕਰਦੇ ਹਾਂ, ਉਹਨੂੰ ਸਮਝਦੇ ਹਾਂ। ਕਈ ਵਾਰੀ ਅਸੀਂ ਪੂਰਾ ਵੀਕ ਉਹਨੂੰ ਹੋਮਵਰਕ ਨੂੰ ਕਰਦੇ ਰਹਿੰਦੇ ਹਾਂ, ਸੇਮ ਹੋਮਵਰਕ ਰਿਪੀਟ ਕਰਦੇ ਰਹਿੰਦੇ ਹਾਂ, ਤਾਂ ਕਿ ਸਾਨੂੰ ਚੰਗੀ ਤਰ੍ਹਾਂ ਟੌਪਿਕ ਸਮਝ ਆ ਜਾਵੇ। ਸੋ ਇਸੇ ਤਰ੍ਹਾਂ ਹੀ ਗੁਰਬਾਣੀ ਕੀ ਕਰ ਰਹੀ ਹੈ? ਮੈਨੂੰ ਕੌਨਸਟੈਂਟਲੀ ਜਿਹੜੇ ਹੈ ਡਿਫਰੈਂਟ ਮੈਸੇਜਿਸ ਦੇ ਥਰੂ, ਡਿਫਰੈਂਟ ਗਾਈਡੈਂਸ ਦੇ ਥਰੂ, ਡਿਫਰੈਂਟ ਸਿਨੈਰੀਓਸ, ਐਗਜ਼ਾਮਪਲਸ ਜਿਹੜੇ ਕਿ ਮੇਰੀ ਲਾਈਫ ਵਿੱਚ ਰੋਜ਼ ਜਿਹੜੇ ਆ ਰਹੇ ਨੇ, ਉਹਨਾਂ ਸਾਰਿਆਂ ਦੇ ਥਰੂ ਮੈਨੂੰ ਰਿਮਾਈਂਡਰਸ ਦੇ ਰਹੀ ਹੈ ਕਿ ਵੀ ਮੈਂ ਕਿਵੇਂ ਫੋਕਸਡ ਰਹਿਣਾ ਹੈ ਔਨ ਦ ਗੁੱਡ ਵੌਇਸ, ਠੀਕ ਹੈ ਨਾ। ਜੇ ਮੈਂ ਫੋਕਸ ਰਹਿ ਰਿਹਾ, ਗੁਰਬਾਣੀ ਤੋਂ ਗਾਈਡੈਂਸ ਲੈ ਰਿਹਾ, ਜੇ ਮੈਂ ਰੋਜ਼ ਗੁਰਬਾਣੀ ਪੜ੍ਹ ਰਿਹਾ ਔਰ ਇਸ ਰੋਜ਼ ਰੀਡ ਕਰ ਰਿਹਾ ਕਿ ਵੀ ਮੈਂ ਨਿਰਭਉ
रहना है, मीनस मैं फीयरलैस लाइफ ਨੂੰ ਲੀਡ ਕਰਨਾ ਹੈ। ਜੇ ਮੈਂ ਉਹਨੂੰ ਰੋਜ਼ ਪੜਾਂਗਾ ਰੋਜ਼ ਆਪਣੀ ਲਾਈਫ ਵਿੱਚ ਉਹਨੂੰ ਮੈਂ ਇੰਪਲੀਮੈਂਟ ਕਰ ਸਕਾਂਗਾ। ਜੇ ਮੈਂ ਉਹਨੂੰ ਰਿਮਾਈਂਡਰ ਨਹੀਂ ਦਿਆਂਗਾ ਆਪਣੇ ਆਪ ਨੂੰ ਤਾਂ ਫਿਰ ਮੈਨੂੰ ਫੀਅਰਫੁਲ ਲਾਈਫ ਲੀਡ ਕਰਨੀ ਪਏਗੀ। ਤਾਂ ਇਹ ਚੋਇਸਿਸ ਮੇਰੇ ਕੋਲ ਰਹਿਣਗੀਆਂ, ਬਟ ਗੁਰਬਾਣੀ ਦਾ ਜਿਹੜਾ ਰੋਲ ਹੈ ਉਹ ਮੇਰੀ ਬੁੱਧੀ ਨੂੰ ਕਨਸਟੈਂਟ ਟ੍ਰੇਨਿੰਗ ਦੇਂਦਾ ਹੈ ਕਿ ਯੂ ਹੈਵ ਟੂ, if you want to become a good human being, if you want to live a happy life, then there is only one choice, which is listening to your good voice. Start making connections with your jyot. ਜੇ ਅਸੀਂ ਇਹਨੂੰ ਟ੍ਰੇਨ ਦਿਆਂਗੇ, ਜੋ ਆਪਾਂ ਕਰਦੇ ਆ ਰਹੇ ਹਾਂ, ਨੌਨ ਸਟਾਪ ਕਰਦੇ ਆ ਰਹੇ ਹਾਂ ਫਰੋਮ ਲਾਸਟ ਮੈਨੀ ਵੀਕਸ, ਇਹ ਰੋਲ ਅਸੀਂ ਗੁਰਬਾਣੀ ਤੋਂ ਸਿੱਖਿਆ। ਅਸੀਂ ਆਪਣੇ ਆਪ ਨਹੀਂ ਇਹਨੂੰ ਬਣਾਇਆ ਰੂਲ ਨੂੰ। ਇਹ ਗੁੱਡ ਵੌਇਸ ਐਂਡ ਬੈਡ ਵੌਇਸ ਦਾ ਜਿਹੜਾ ਹੋਮਵਰਕ ਕਰ ਰਹੇ ਹਾਂ ਆਪਾਂ, ਇਹ ਅਸੀਂ ਗੁਰਬਾਣੀ ਤੋਂ ਸਿੱਖਿਆ। ਗੁਰਬਾਣੀ ਨੇ ਸਾਨੂੰ ਕਿਹਾ ਕਿ ਐਦਾਂ ਕਰੋਗੇ then it will help you to understand ਕਿ ਵੀ ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਕਨਸੀਕੁਐਂਸਿਸ ਕੀ ਹੁੰਦੇ ਨੇ। ਜੇ ਤੁਸੀਂ ਆਪਣੇ ਪੇਰੈਂਟਸ ਦੀ ਗੱਲ ਨਹੀਂ ਸੁਣਦੇ ਤਾਂ ਫਿਰ ਕੀ ਕਨਸੀਕੁਐਂਸ ਹੈ। ਤੁਸੀਂ ਆਪਣੇ ਟੀਚਰ ਦੀ ਗੱਲ ਨਹੀਂ ਸੁਣਦੇ, ਕੀ ਕਨਸੀਕੁਐਂਸ ਹੋਏਗਾ, ਹੈ ਨਾ। ਜੇ ਤੁਸੀਂ ਆਪਣੇ ਸਪੋਰਟਸ ਗਰਾਊਂਡ ਵਿੱਚ ਕੋਚ ਨੂੰ ਇਗਨੋਰ ਕਰਦੇ ਹੋ, then what happens? You are the one at loss. ਤੁਸੀਂ ਆਪਣੇ ਕੋਚ ਨੂੰ ਨਹੀਂ ਸਿੱਖਿਆ, ਤੁਹਾਡੀ ਗੇਮ ਖਰਾਬ ਹੋ ਰਹੀ ਹੈ। ਤੁਸੀਂ ਆਪਣੇ ਟੀਚਰ ਨੂੰ ਨਹੀਂ ਸੁਣਿਆ, ਤੁਸੀਂ ਸਬਜੈਕਟ ਨੂੰ ਨਹੀਂ ਪਾਸ ਕਰ ਪਾ ਰਹੇ, ਸਮਝ ਪਾ ਰਹੇ। ਤੁਸੀਂ ਆਪਣੇ ਪੇਰੈਂਟਸ ਦੀ ਗੱਲ ਨਹੀਂ ਸੁਣ ਰਹੇ, ਤੁਹਾਡਾ ਨੁਕਸਾਨ ਹੋ ਰਿਹਾ ਹੈ ਨਾ। You are the one at loss. That's what Gurbani is telling me. ਇਹ ਸਾਰੀ ਗੁਰਬਾਣੀ ਦੀਆਂ ਟੀਚਿੰਗਸ ਜਿਹੜੀਆਂ ਨੇ, ਹਰ ਰੋਜ਼ ਮੈਂ ਆਪਣੀ ਲਾਈਫ ਦੇ ਵਿੱਚ ਜੇ ਰਿਪੀਟਡਲੀ ਆਪਣੇ ਆਪ ਨੂੰ ਰਿਮਾਈਂਡਰ ਦਿਆਂਗਾ, then only I can say ਕਿ yes, I am on the path to like learn, ਹੈ ਨਾ। ਇੱਦਾਂ ਨਹੀਂ ਹੈ ਕਿ ਵੀ ਜਿਵੇਂ ਆਪਾਂ ਹੁਣੇ ਪਹਿਲਾਂ ਪੜ੍ਹਿਆ, ਇੱਕ ਵਾਰੀ ਪੜ੍ਹ ਲਿਆ ਜੀ, ਹੁਣ ਮੈਨੂੰ ਕੀ ਲੋੜ ਹੈ ਦੁਬਾਰਾ ਪੜ੍ਹਨ ਦੀ, ਮੈਂ ਤਾਂ ਸਮਝ ਲਿਆ। ਹੁਣ ਡਿਫਰੈਂਟ ਐਗਜ਼ਾਮਪਲਸ ਨੇ, ਡਿਫਰੈਂਟ ਸਿਨੈਰੀਓਜ਼ ਨੇ, ਮੈਸੇਜ ਇਜ਼ ਦ ਸੇਮ, ਬਟ ਮੈਨੂੰ ਗੁਰਬਾਣੀ ਨੂੰ ਪੜ੍ਹਨਾ ਪਏਗਾ। ਗੁਰਬਾਣੀ ਨੂੰ ਹਰ ਰੋਜ਼ ਆਪਣੇ ਆਪ ਨੂੰ ਰਿਮਾਈਂਡਰ ਦੇਣੇ ਪੈਣਗੇ। ਹਾਂਜੀ, ਕੋਈ ਕੁਐਸਚਨ ਹੈਗਾ ਬੇਟੇ ਇੱਥੇ ਸਾਡੇ ਕੋਲ? ਕੋਈ ਬੱਚਾ ਐਗਜ਼ਾਮਪਲ ਸ਼ੇਅਰ ਕਰ ਸਕਦਾ ਮੇਰੇ ਨਾਲ ਕਿ ਵੀ ਹਾਊ ਗੁਰਬਾਣੀ ਹੈਲਪਸ ਯੂ? ਜਿਹੜੇ ਬੱਚੇ ਪਾਠ ਕਰਦੇ ਨੇ, ਇਜ਼ ਦੇਅਰ ਅ ਟਾਈਮ ਤੁਸੀਂ ਸ਼ੇਅਰ ਕਰ ਸਕਦੇ ਹੋ ਕੋਈ ਵੀ ਬੱਚਾ ਕਿ ਵੀ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਐਨੀ ਟਾਈਮ ਸੋ ਫਾਰ ਇਨ ਯੂਰ ਲਾਈਫ ਤੁਹਾਨੂੰ ਕਦੇ ਡਿਊਰਿੰਗ ਯੋਰ ਐਨੀ ਐਕਟੀਵਿਟੀ ਤੁਹਾਨੂੰ ਕਦੇ ਹੈਲਪ ਮਿਲੀ ਹੈ, ਸਪੋਰਟ ਮਿਲੀ ਹੈ ਗੁਰਬਾਣੀ ਤੋਂ? ਅਸੀਂ ਜਦੋਂ ਗੱਲਾਂ ਕਰਦੇ ਆ ਰਹੇ ਹਾਂ, ਸਿੱਖਦੇ ਆ ਰਹੇ ਹਾਂ, ਐਨੀਵਨ ਹੇਅਰ ਤੁਸੀਂ ਦੱਸ ਸਕਦੇ ਹੋ? ਕਦੇ ਸਾਨੂੰ ਲੱਗਦਾ ਕਿ ਅਸੀਂ ਵੀ ਆਰ ਸਟਕ ਇਨ ਦਿਸ ਸਿਚੁਏਸ਼ਨ ਤੇ ਮੈਨੂੰ ਗੁਰਬਾਣੀ ਗਾਈਡ ਕਰ ਰਹੀ ਹੈ ਕਿ ਯੈਸ ਦਿਸ ਇਜ਼ ਵਾਟ ਗੁਰਬਾਣੀ ਗਾਈਡਡ ਮੀ ਕਿ ਵੀ ਮੈਂ ਇਸ ਸਿਚੁਏਸ਼ਨ 'ਚ ਕਿਵੇਂ ਬਾਹਰ ਨਿਕਲਣਾ ਹੈ? ਠੀਕ ਹੈ, ਓਕੇ, ਬਟ ਕੋਈ ਗੱਲ ਨਹੀਂ। ਆਈ ਥਿੰਕ ਇਟ ਇਜ਼ ਓਕੇ ਕਿ ਜਿੱਦਾਂ ਮੋਰ ਵੀ ਰਿਮਾਈਂਡ ਅਵਰਸੈਲਫ। ਹਾਂਜੀ ਜਸਕੀਰਤ ਵੀਰ ਜੀ, ਤੁਸੀਂ ਕੀਤਾ ਸੀ ਅਨਮਿਊਟ? ਸੌਰੀ, ਗਲਤੀ ਨਾਲ ਹੋ ਗਿਆ ਸੀ। ਠੀਕ ਹੈ ਜੀ। ਹਾਂਜੀ, ਹੁਣ ਦੇਖੋ ਇਹ ਇਟਸ ਨਾਟ ਅ ਬੈਡ ਥਿੰਗ ਕਿ ਵੀ ਹਾਂ ਮੈਨੂੰ ਆਪਣੀ ਲਾਈਫ ਦੇ ਵਿੱਚ ਇਹ ਨਹੀਂ ਆ ਰਿਹਾ। ਹੁਣ ਰੀਜ਼ਨ ਇਹੀ ਹੈਗਾ ਕਿ ਵੀ ਜੋ ਆਪਾਂ ਪਹਿਲਾਂ ਪੜ੍ਹਿਆ ਸਾਰਾ ਕੁਝ, ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਡੀ ਸੁਰਤੀ ਗੁਰਬਾਣੀ ਦੇ ਨਾਲ ਨਹੀਂ ਅਲਾਈਨਡ ਹੈਗੀ ਹੈ, ਠੀਕ ਹੈ ਨਾ। ਅਸੀਂ ਪੜ੍ਹ ਤਾਂ ਜ਼ਰੂਰ ਰਹੇ ਹਾਂ ਪਰ ਸਾਡੀ ਸੁਰਤੀ ਜਿਹੜੀ ਹੈ ਉਹ ਗੁਰਬਾਣੀ ਨਾਲ ਹਾਲੇ ਅਲਾਈਨਡ ਨਹੀਂ ਹੈਗੀ ਹੈ। ਇਸ ਕਰਕੇ ਸਾਨੂੰ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਜਿਹੜਾ ਹੈ ਉਹ ਗੁਰਬਾਣੀ ਤੋਂ ਗਾਈਡੈਂਸ ਲੈਣ ਦੇ ਵਿੱਚ ਚੈਲੰਜਸ ਆ ਰਹੇ ਨੇ। ਜੇ ਨਾ ਕੋਈ ਵੀ ਕੰਮ ਹੈ ਨਾ, ਜਦੋਂ ਇੱਕ ਲਾਇਰ ਬਣ ਜਾਂਦਾ ਇਨਸਾਨ ਤਾਂ ਉਹ ਆਪਣੀ ਲਾਈਫ ਦੇ ਵਿੱਚ ਜਦੋਂ ਪ੍ਰੈਕਟਿਸ ਕਰਦਾ ਹੈ, ਜੌਬ ਕਰਦਾ ਹੈ, ਤਾਂ ਉਹ ਕੋਈ ਵੀ ਪ੍ਰੋਬਲਮ ਦੇ ਵਿੱਚ ਆਏਗਾ, ਕਿਸੇ ਵੀ ਚੈਲੰਜ ਵਿੱਚ ਆਏਗਾ ਤਾਂ ਉਹ ਆਪਣੀ ਐਜੂਕੇਸ਼ਨ ਨੂੰ ਹੀ ਰੈਫਰ ਕਰਦਾ ਹੈ ਕਿ ਹਾਂਜੀ ਇਹ ਮੈਂ ਪੜ੍ਹਿਆ ਸੀ, this is what I can do from this education to solve my current situation.
ਠੀਕ ਹੈ। ਬਟ ਉਹ ਕਿੱਦਾਂ ਕਰਨ ਸਕਸੈਸਫੁਲ ਹੋ ਪਾ ਰਿਹਾ, ਕਿਉਂਕਿ ਜਦੋਂ ਉਹ ਲਾਅ ਪੜ੍ਹ ਰਿਹਾ ਸੀ ਤਾਂ ਉਹਦਾ ਪੂਰਾ ਧਿਆਨ ਲਾਅ ਵਿੱਚ ਸੀਗਾ। ਜਦੋਂ ਤੁਸੀਂ ਆਪਣੇ ਐਲਫਾਬੈਟਸ ਲਰਨ ਕੀਤੇ ਨੇ, ਤੁਸੀਂ ਬੜੇ ਕੇਅਰਫੁਲੀ ਲਰਨ ਕੀਤੇ ਨੇ, ਹੁਣ ਤੁਹਾਨੂੰ ਰਿਪੀਟ ਕਰ ਕਰਕੇ ਡਿਫਰੈਂਟ ਤਰੀਕਿਆਂ ਦੇ ਨਾਲ ਤੁਹਾਡੇ ਪੇਰੈਂਟਸ ਨੇ ਸਪੋਰਟ ਕੀਤੀ, ਤੁਹਾਡੇ ਟੀਚਰਸ ਨੇ ਸਪੋਰਟ ਕੀਤੀ, ਉਹ ਐਲਫਾਬੈਟ ਤੁਹਾਡੇ ਅੰਦਰ ਇਨਕਾਮ ਹੋ ਗਏ ਨੇ। ਤਾਂ ਹੀ ਤੁਸੀਂ ਅੱਜ ਉਹ ਐਲਫਾਬੈਟਸ ਦੇ ਥਰੂ ਇੰਨੇ ਸਾਰੇ ਵਰਡ, ਸੈਂਟੈਂਸਿਸ, ਹਨਾ, ਐਸੇਸ ਲਿਖ ਪਾ ਰਹੇ ਹੋ। ਪਰ ਤੁਹਾਡਾ ਧਿਆਨ ਉਹਦੇ ਵਿੱਚ ਸੀਗਾ, ਤੁਸੀਂ ਉਹਨੂੰ ਸਿੱਖਣਾ ਚਾਹੁੰਦੇ ਸੀਗੇ। ਜੇ ਅੱਜ ਸਾਨੂੰ ਗੁਰਬਾਣੀ ਗਾਈਡ ਨਹੀਂ ਕਰ ਰਹੀ ਹੈ, then again we have to do more effort to align ourselves। ਸਾਡੀ ਸੁਰਤੀ ਜਿਹੜੀ ਹੈ ਉਹ ਗੁਰਮਤ ਦੇ ਨਾਲ ਅਲਾਈਨਡ ਹੋਣੀ ਚਾਹੀਦੀ ਹੈ, ਔਰ ਇਹ ਵਾਲਾ ਭਰੋਸਾ ਹੋਣਾ ਚਾਹੀਦਾ ਹੈ ਕਿ ਗੁਰਬਾਣੀ has the solution for all my challenges। ਤਾਂ ਹੀ ਕਰਕੇ ਅਸੀਂ ਇਸ ਟੈਕਸਟ ਕੋਲ ਆਉਂਦੇ ਹਾਂ, ਕਿਉਂਕਿ ਜਦੋਂ ਅਸੀਂ ਮਟੀਰੀਅਲ ਵਰਲਡ ਦੇ ਵਿੱਚ ਜਾਂਦੇ ਹਾਂ ਸਾਨੂੰ ਸਪੋਰਟ ਮਿਲਦੀ ਹੈ ਬੜੀਆਂ ਥਾਵਾਂ ਤੋਂ, ਬਟ ਜਿਹੜੀ ਸਾਡੀ ਮਟੀਰੀਅਲ ਦੇ ਵਿੱਚ ਗਾਈਡੈਂਸ ਹੈਗੀ ਹੈ ਉਹ ਸਾਨੂੰ ਸਕੂਲ ਵਿੱਚ ਬੜੀ ਵਾਰੀ ਇਹ ਸਿਖਾਇਆ ਜਾਂਦਾ ਹੈ ਕਿ ਵੀ ਤੁਸੀਂ ਦੂਸਰੇ ਬੱਚੇ ਨੂੰ ਜਿਹੜਾ ਹੈ ਉਹ ਹਰਾ ਕੇ ਅੱਗੇ ਜਾਣਾ ਹੈ। ਯੂ ਹੈਵ ਟੂ ਡੂ ਬੈਟਰ ਦੈਨ ਅਦਰਸ। ਬਟ ਸਾਨੂੰ ਗੁਰਬਾਣੀ ਕੀ ਸਿਖਾ ਰਹੀ ਹੈ? ਯੂ ਡੋਂਟ ਹੈਵ ਟੂ ਡੂ ਬੈਟਰ ਦੈਨ ਅਦਰਸ, ਯੂ ਹੈਵ ਟੂ ਡੂ ਬੈਟਰ ਦੈਨ ਯੋਰਸੈਲਫ। ਜਦੋਂ ਮੈਂ ਕਿਸੇ ਹੋਰ ਤੋਂ ਬੈਟਰ ਬਣਨਾ ਹੈ, then it's a challenge for the humanity। ਫਿਰ ਜੇ ਸਾਰੇ ਉਸ ਰੇਸ ਵਿੱਚ ਦੌੜਾਂਗੇ, then we are all running behind each other trying to push us everybody down। but ਜੇ ਮੈਂ ਸਿਰਫ ਆਪਣੇ ਆਪ ਤੇ ਫੋਕਸ ਕਰ ਰਿਹਾ ਜੋ ਮੈਨੂੰ ਗੁਰਬਾਣੀ ਸਿਖਾ ਰਹੀ ਹੈ, then we are here running with each other and supporting each other। ਇਹਦੇ ਨਾਲ ਕੀ ਹੋ ਰਿਹਾ ਹੈ? ਮੇਰੀ ਲਾਈਫ ਵੀ ਈਜ਼ੀ ਹੋ ਰਹੀ ਹੈ ਔਰ ਮੇਰੇ ਸਰਾਊਂਡਿੰਗ ਸਾਰਿਆਂ ਦੀ ਲਾਈਫ ਈਜ਼ੀ ਹੋ ਰਹੀ ਹੈ। ਮੈਂ ਆਪਣੇ ਭੈਣਾਂ ਭਰਾਵਾਂ ਦੀ ਸਪੋਰਟ ਕਰ ਪਾ ਰਿਹਾ, ਮੈਂ ਆਪਣੇ ਫੈਮਿਲੀ 'ਚ ਆਪਣੇ ਪੇਰੈਂਟਸ ਦੀ ਸਪੋਰਟ ਕਰ ਪਾ ਰਿਹਾ, ਮੈਂ ਆਪਣੇ ਸਕੂਲ ਵਿੱਚ ਆਪਣੇ ਫਰੈਂਡਸ ਦੀ ਸਪੋਰਟ ਕਰ ਪਾ ਰਿਹਾ। ਸੋ ਇਟ ਇਜ਼ ਹੈਲਪਿੰਗ ਐਵਰੀਵਨ। ਜੇ ਮੈਂ ਇਸ ਗੁਰਬਾਣੀ ਦੇ ਟੈਕਸਟ ਵਿੱਚੋਂ ਗਾਈਡੈਂਸ ਲੈ ਕੇ ਆਪਣੀ ਡੇਲੀ ਲਾਈਫ ਵਿੱਚ ਇੰਪਲੀਮੈਂਟ ਕਰ ਪਾਵਾਂ ਤਾਂ ਐਨੀ ਸਿੰਪਲ ਲੈਂਗੁਏਜ ਦੇ ਵਿੱਚ ਜੇ ਮੈਨੂੰ ਉਹਨਾਂ ਨੇ ਲਿਖਿਆ, ਕਿਉਂ ਲਿਖਣਾ ਪਿਆ ਇੰਨਾ ਜ਼ਿਆਦਾ ਸਿੰਪਲ ਕਰਕੇ? ਕਿਉਂਕਿ ਅਗੇਨ ਇਹੀ ਲੈਂਗੁਏਜ ਮੈਨੂੰ ਸਮਝ ਆ ਰਹੀ ਹੈ, ਇਹੀ ਲੈਂਗੁਏਜ ਮੈਂ ਹਰ ਰੋਜ਼ ਆਪਣੀ ਲਾਈਫ ਵਿੱਚ ਲੈ ਕੇ ਆ ਪਾ ਰਿਹਾ ਮੈਨੂੰ। ਕਿਉਂਕਿ ਗੁਰਬਾਣੀ ਦੇ ਵਿੱਚੋਂ ਮੈਂ ਜਿਵੇਂ ਆਪਣੇ ਚੈਲੰਜਿਸ ਦੀ ਗੱਲ ਕਰਾਂ, ਜਿਹੜੇ ਅਸੀਂ ਪਹਿਲਾਂ ਸਾਰੇ ਬੱਚਿਆਂ ਨੇ ਚੈਲੰਜਿਸ ਡਿਸਕਸ ਕੀਤੇ ਸੀ, ਆਪਾਂ ਸਾਰਿਆਂ ਨੇ ਡਿਫਰੈਂਟ ਟਾਈਮਸ ਦੇ ਵਿੱਚ ਡਿਫਰੈਂਟ ਸਿਨੈਰੀਓਜ਼ ਦੇ ਵਿੱਚ ਆਪਣੀ ਐਗਜ਼ਾਮਪਲਸ ਦਿੱਤੀਆਂ ਸੀਗੀਆਂ ਕਿ ਜਿਹੜੇ ਚੈਲੰਜਿਸ ਅਸੀਂ ਆਪਣੀ ਡੇਲੀ ਲਾਈਫ ਵਿੱਚ ਫੇਸ ਕਰਦੇ ਹਾਂ, ਉਹ ਸਾਰੇ ਚੈਲੰਜਿਸ ਨੂੰ ਸਮਝਣ ਦੇ ਵਿੱਚ ਜੇ ਮੈਂ ਤੁਹਾਨੂੰ ਕਹਾਂ ਕਿ ਵੀ ਓਕੇ ਤੁਸੀਂ ਸਾਰੇ ਹੁਣ ਆਪਣੇ ਹਾਈ ਸਕੂਲ ਵਿੱਚ ਹੈਗੇ ਹੋ, ਓਕੇ ਆਈਲ ਗਿਵ ਯੂ ਦ ਬੁੱਕ ਫਰੋਮ ਦ ਯੂਨੀਵਰਸਿਟੀ ਕਿ ਇਹ ਪੜ੍ਹ ਲਓ ਔਰ ਆਪਣੀ ਜਿਹੜੀ ਹੈ ਚੈਲੰਜ ਨੂੰ ਸੋਲਵ ਕਰ ਲਓ, ਹੈ ਨਾ। ਇਹ ਸਿਮਿਲਰਲੀ ਇਹਨਾਂ ਜਿਹੜਾ ਇਹ ਡਾਕੂਮੈਂਟ ਜਿਹੜਾ ਸਾਡੇ ਕੋਲ ਗੁਰਬਾਣੀ ਦੇ ਵਿੱਚ ਟੈਕਸਟ ਹੈਗਾ, ਇਹ ਯੂਨੀਵਰਸਿਟੀ ਲੈਂਗੁਏਜ ਨਹੀਂ ਹੈਗੀ ਹੈ, ਇਹ ਲੈਂਗੁਏਜ ਉਹੀ ਹੈਗੀ ਹੈ ਜਿਹੜੀ ਅਸੀਂ ਐਜ਼ ਅ ਕਾਮਨ ਹਿਊਮਨ ਬੀਇੰਗ ਸਮਝ ਸਕਦੇ ਹਾਂ। ਬਟ ਦੈਨ ਇਹਨੂੰ ਸਮਝਦਿਆਂ ਅਸੀਂ ਉਸ ਲੈਵਲ ਆਫ ਅੰਡਰਸਟੈਂਡਿੰਗ ਦੇ ਵਿੱਚ ਜਾਵਾਂਗੇ ਜਿੱਥੇ ਅਸੀਂ ਯੂਨੀਵਰਸਿਟੀ ਐਜੂਕੇਸ਼ਨ ਨੂੰ ਸਮਝਣ ਦੇ ਵਿੱਚ ਸਕਸੈਸਫੁਲ ਹੋ ਸਕਾਂਗੇ। ਸੋ ਇਸੇ ਕਰਕੇ we are starting very simple with these simple examples as well, ਤਾਂ ਕਿ ਆਪਾਂ ਸਟੈਪ ਬਾਈ ਸਟੈਪ ਜਿੱਦਾਂ ਗੁਰਬਾਣੀ ਨੇ ਮੈਨੂੰ ਵੈਰੀ ਐਟ ਦ ਬਿਗਿਨਿੰਗ ਸਿਰਫ ਇਹੀ ਦੱਸਿਆ ਕਿ ਨਿਰਭਉ ਨਿਰਵੈਰ ਹੋਣਾ ਹੈ, ਫੀਅਰਲੈਸ ਹੋਣਾ ਹੈ, ਐਨਮੀਲੈਸ ਲਾਈਫ ਨੂੰ ਲੀਡ ਕਰਨਾ ਹੈ ਤੁਸੀਂ ਨਾ। ਅਸੀਂ ਤਾਂ ਹੀ ਹੋ ਸਕਦੇ ਹਾਂ ਐਨਮੀ ਸਾਡਾ ਕਿਉਂ ਨਹੀਂ ਹੋਏਗਾ? ਜੇ ਅਸੀਂ ਸਾਰਿਆਂ ਨੂੰ ਪਿਆਰ ਕਰਾਂਗੇ। ਅਸੀਂ ਆਪਣੇ ਆਪ ਨੂੰ ਪਹਿਲਾਂ ਪਿਆਰ ਕਰਾਂਗੇ, ਫਿਰ ਅਸੀਂ ਸਾਰਿਆਂ ਨੂੰ ਪਿਆਰ ਕਰਾਂਗੇ। ਸਿੰਪਲ ਬਿਲਕੁਲ ਚੀਜ਼ਾਂ ਨੇ ਜੋ ਅਸੀਂ ਹਰ ਰੋਜ਼ ਜੀਂਦੇ ਹਾਂ। ਵੀ ਮੇ ਨਾਟ ਨੋ ਕਿ ਵੀ ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰਬਾਣੀ ਨੇ ਸਿਖਾਈਆਂ, ਸਾਡੇ ਪੇਰੈਂਟਸ ਨੇ ਸਾਨੂੰ ਟੀਚ ਕੀਤਾ, ਉਹਨਾਂ ਨੇ ਵੀ ਉਹ ਗਾਈਡੈਂਸ ਗੁਰਬਾਣੀ ਵਿੱਚੋਂ ਲਈ। ਠੀਕ ਹੈ ਜੀ, ਐਨੀ ਕੁਐਸਚਨਸ ਜੀ? ਆਲ ਗੁੱਡ ਲੱਗਦਾ ਵੀਰ ਜੀ। ਹੈਲੋ, ਹਾਂਜੀ, ਮੈਨੂੰ ਇਹੀ ਲੱਗ ਰਿਹਾ ਕਿ ਵੀ ਦੋ ਹੀ ਕਾਰਨ ਹੁੰਦੇ, ਜਾਂ ਤਾਂ ਮੈਂ ਠੀਕ ਸਮਝਾ ਨਹੀਂ ਪਾ ਰਿਹਾ ਤੇ ਜਾਂ ਮੈਨੂੰ ਲੱਗ ਰਿਹਾ ਸਾਰੇ ਬੱਚਿਆਂ ਨੂੰ ਗੱਲ ਠੀਕ ਸਮਝ ਆ ਰਹੀ ਹੈ।
ਮੈਨੂੰ ਪਲੀਜ਼ ਦੱਸ ਦੇਣਾ ਹੈ ਕਿ ਵੀ ਜੇ ਤੁਹਾਨੂੰ ਲੱਗ ਰਿਹਾ ਕਿ ਵੀ ਮੈਂ ਨਹੀਂ ਠੀਕ ਐਕਸਪਲੇਨ ਕਰ ਪਾਇਆ ਕਿਸੇ ਵੀ ਚੀਜ਼ ਨੂੰ, ठीक है। कोई भी डाउट होएगा प्लीज डोंट कीप इट टू योरसेल्फ, प्लीज लेट मी नो कि जी ये दोबारा समझा दो, ठीक है जी। ओके लेट्स मूव ऑन जी। फिर टाइम हो गया वीर जी? हाँ जी वैसे भी टाइम हो गया, हाँ जी ठीक है जी, ठीक है जी। आज फिर ਆਪਾਂ ਇੱਥੇ ਆਪਾਂ ਜਿਹੜਾ ਇਹਨੂੰ ਰੁਕ ਲੈਂਦੇ ਆ। ਹਾਂਜੀ ਮੈਂ ਖਿਆਲ ਬੈਟਰ ਹੈਗਾ। ਕਿਹੜੀ ਚੀਜ਼ ਬੇਟੇ ਰਿਪੀਟ ਕਰਨੀ ਹੈ ਪੁੱਤਰ ਜੀ, ਦੱਸ ਦੋਗੇ ਤੁਸੀਂ ਮਨਵੀਰ ਸਿੰਘ ਜੀ? Like they're like ਮੈਨੂੰ ਨਹੀਂ ਪਤਾ। ਤੁਸੀਂ ਕੋਈ ਗੱਲ ਨਹੀਂ ਬੇਟੇ, ਤੁਸੀਂ ਇਟਸ ਓਕੇ, ਕਿਉਂਕਿ ਦੇਖੋ ਅੱਜ ਜ਼ਿਆਦਾ ਟਾਕਿੰਗ ਮੈਂ ਕੀਤੀ ਹੈਗੀ ਹੈ, ਨਾਰਮਲੀ ਇਦਾਂ ਨਹੀਂ ਹੁੰਦਾ। ਆਈ ਆਲਵੇਜ਼ ਵਾਂਟ ਯੂ ਗਾਇਸ ਟੂ ਪਾਰਟਿਸਿਪੇਟ ਮੋਰ ਦੈਨ ਮੀ। ਹਮੇਸ਼ਾ ਆਪਣੀ ਕੋਸ਼ਿਸ਼ ਇਦਾਂ ਹੀ ਰਹਿੰਦੀ ਹੈ ਕਿ ਵੀ we all learn from each other, ਕਿਉਂਕਿ ਹਾਲੇ ਆਪਣੇ ਕੋਲ ਸਿਰਫ ਆਪਾਂ ਗੁਰਬਾਣੀ ਦੀ ਗੱਲ ਕਰ ਰਹੇ ਸੀ। we only started this ਕਿ ਵੀ ਮੈਨੂੰ ਗੁਰਬਾਣੀ ਦਾ ਰੋਲ ਕੀ ਹੈ, how ਗੁਰਬਾਣੀ is the tool and what does it do to help me in my game of life, ਠੀਕ ਹੈ ਨਾ। ਇਸ ਸਾਰੀ ਕਨਸਟੈਂਟ ਮੇਰੀ ਜਿਹੜੀ ਬੁੱਧੀ ਨੂੰ ਟ੍ਰੇਨਿੰਗ ਦੇਣ ਵਾਸਤੇ ਗੁਰਬਾਣੀ ਜਿਹੜੀ ਹੈ ਉਹ ਜਿਹੜਾ ਟੂਲ ਹੈ ਮੈਨੂੰ ਸਪੋਰਟ ਕਰ ਰਿਹਾ ਹੈ, ਮੇਰੀ ਹੈਲਪ ਕਰ ਰਿਹਾ ਹੈ। ਸੋ ਇਹ ਮੇਨ ਜਿਹੜਾ ਮੈਸੇਜ ਸੀਗਾ ਅੱਜ ਦੇ ਆਪਣੇ 1 ਆਵਰ ਸੈਸ਼ਨ ਵਿੱਚ ਸੀਗਾ। ਬਟ ਜੇ ਇਹਦੇ ਵਿੱਚ ਕਿਸੇ ਵੀ ਬੱਚੇ ਨੂੰ ਕੋਈ ਵੀ ਕੁਐਸਚਨ ਹੋਏਗਾ, ਕੋਈ ਵੀ ਚੀਜ਼ ਐਸੀ ਹੋਏਗੀ, I didn't want it to be a lecture like this, but maybe it was okay to go like this for one day, ਠੀਕ ਹੈ। ਪਰ ਜੇ ਤੁਹਾਨੂੰ ਲੱਗੇਗਾ ਵੀ ਕੋਈ ਚੀਜ਼ ਮੈਂ ਨਹੀਂ ਕਲੀਅਰ ਕਰ ਪਾਇਆ, ਤੇ ਪਲੀਜ਼ ਫੀਲ ਫ੍ਰੀ ਟੂ ਆਸਕ ਮੀ ਨੈਕਸਟ ਵੀਕ ਔਰ ਡਿਊਰਿੰਗ ਦ ਵੀਕ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ, ਠੀਕ ਹੈ ਜੀ। ਹਰਪ੍ਰੀਤ ਵੀਰ ਜੀ ਨੂੰ ਔਰ ਮਾਈਸੈਲਫ, ਐਨੀਬਡੀ ਕੈਨ ਆਸਕ ਐਨੀ ਕੁਐਸਚਨਸ, ਠੀਕ ਹੈ ਜੀ। ਤੇ ਅੱਜ ਫਿਰ ਆਪਾਂ ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।